नमस्कार देश दुनिया SDT प्राइम देख रहे सारे दर्शकों का स्वागत। मैं हाँ शमी डाबरा ਤੇ मैं हाँ जी रण बहादुर सिंह। लैके हाजिर होया प्रोग्राम इनसाइड खबर। प्रोग्राम शुरू करिए इस तो पहला एक बार फिर सब नूं बेनती है कि दोस्तों जिन्होंने हले तक SDT प्राइम यूट्यूब चैनल साडा SDT प्राइम सबसक्राइब नहीं किया वो कृपा करके पहला सबसक्राइब करो तो घंटी वाला बटन जरूर दबा दिओ ताकि साडे प्रोग्राम तुहाडे तक पुजदे रहे। ਤੇ ਹੁਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਾਣਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈ ਅੱਜ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਹਰਿਆਣੀਆਂ ਨੇ ਤੇ ਨਾਲ ਪੂਰੇ ਦੇਸ਼ ਵਾਸੀਆਂ ਨੇ ਦੇਸ਼ ਨੂੰ 4 ਘੰਟੇ ਲਈ ਚੱਕਾ ਜਾਮ ਕੀਤਾ ਸੀਗਾ ਤੇ ਉਸ ਦੇ ਰਿਜ਼ਲਟ ਵੀ ਕਹਿੰਦੇ ਬੜੇ ਫਰੂਟਫੁਲ ਆਏ ਆ। ਬਹੁਤ ਜਗ੍ਹਾ ਦੇ ਉੱਤੇ ਇਹ ਹੈ ਵੀ ਹਾਲਾਂਕਿ ਸ਼ਾਂਤੀ ਰਹੀ ਹੈ ਲੇਕਿਨ ਬਹੁਤ ਜਗ੍ਹਾ ਦੇ ਉੱਤੇ ਇਹ ਜਾਮ ਜਿਹੜਾ ਉਹ ਸਫਲ ਵੀ ਹੋਇਆ। ਕਿਸ ਤਰ੍ਹਾਂ ਰਿਹਾ ਅੱਜ ਦਾ ਪੂਰਾ ਜਾਮ ਦਾ ਸਿਨੈਰੀਓ? ਦਾਵੜਾ ਜੀ ਜਿੱਦਾਂ ਤੁਸੀਂ ਕਿਹਾ ਕਿ ਕਿਸਾਨਾਂ ਨੇ ਜਿਹੜੇ 3 ਕਿਸਾਨ ਬਿੱਲ ਕੇਂਦਰ ਸਰਕਾਰ ਨੇ ਪਾਸ ਕੀਤੇ ਹੈ ਜੀ ਉਹਦੇ ਖਿਲਾਫ ਕਰੀਬ ਅੱਜ 50 ਦਿਨ ਮੇਰੇ ਖਿਆਲ 'ਚ ਹੋ ਗਏ। ਬਿਲਕੁਲ ਉਹਦੇ ਖਿਲਾਫ ਸੰਘਰਸ਼ ਜਿਹੜਾ ਹੈ ਵਿੱਢਿਆ ਹੋਇਆ ਹੈ। ਕਿਸਾਨਾਂ ਨੇ ਪਹਿਲਾਂ ਰੇਲਾਂ ਜਾਮ ਕੀਤੀਆਂ, ਸ਼ਾਪਿੰਗ ਮਾਲਸ ਦੇ ਬਾਹਰ ਬੈਠੇ ਹੋਏ ਆ, ਪਟੜੀਆਂ ਤੇ ਬੈਠੇ ਹੋਏ ਆ, ਟੋਲ ਪਲਾਜ਼ਿਆਂ ਤੇ ਬੈਠੇ ਹੋਏ ਆ, ਜਿਨ੍ਹਾਂ ਮਜਬੂਰ ਕੀਤਾ ਪੰਜਾਬ ਸਰਕਾਰ ਨੂੰ ਕਿ ਉਹ ਕਿਸਾਨਾਂ ਦੇ ਹੱਕ ਲਈ ਕੋਈ ਨਾ ਕੋਈ ਅਜਿਹਾ ਕਦਮ ਚੱਕੇ ਜਿਹਦੇ ਨਾਲ ਕੇਂਦਰ ਸਰਕਾਰ ਦੇ ਪਾਸ ਕੀਤੇ ਬਿੱਲ ਜਿਹੜੇ ਹੈ ਉਹਨਾਂ ਦਾ ਪ੍ਰਭਾਵ ਘੱਟ ਹੋਵੇ। ਬਿਲਕੁਲ ਪੰਜਾਬ ਸਰਕਾਰ ਨੇ ਉਹ ਬਿੱਲ ਪਾਸ ਕਰ ਦਿੱਤੇ ਜੀ। ਅਜੇ ਕਿ ਕਿਸਾਨ ਇਸ ਗੱਲ ਨਾਲ ਸਹਿਮਤ ਹੈ ਕਿ ਕੁਝ ਨਾ ਕੁਝ ਜਿਹੜਾ ਕੀਤਾ ਗਿਆ ਹੈ ਪਰ ਉਹ ਮੰਨਦੇ ਆ ਕਿ ਨਾਕਾਫੀ ਹੈ। ਬਿਲਕੁਲ ਕਿਸਾਨਾਂ ਦੀ ਅੜੀ ਇਹ ਹੈ ਕਿ ਇਹ ਬਿੱਲ ਪੂਰਨ ਤੌਰ ਤੇ ਕੇਂਦਰ ਸਰਕਾਰ ਵਾਪਸ ਲਵੇ ਕਿ ਜਦ ਤੱਕ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਅਸੀਂ ਆਪਣਾ ਸੰਘਰਸ਼ ਜਿਹੜਾ ਹੈ ਉਹ ਵਾਪਸ ਨਹੀਂ ਲਵਾਂਗੇ, ਅਸੀਂ ਨੂੰ ਹੋਰ ਤਿੱਖਾ ਕਰਾਂਗੇ। ਉਹਦੇ ਸਬੰਧ 'ਚ ਕਿਸਾਨਾਂ ਨੇ ਮੀਟਿੰਗਾਂ ਕੀਤੀਆਂ ਤੇ ਦਿੱਲੀ 'ਚ ਵੀ ਮੀਟਿੰਗ ਕੀਤੀ ਸੀ ਜਿਹਦੇ 'ਚ ਐਲਾਨ ਕੀਤਾ ਸੀ ਕਿ ਅਸੀਂ 5 ਤਰੀਕ ਨੂੰ ਸਿੰਬੋਲਿਕਲੀ 12 ਤੋਂ ਲੈ ਕੇ 4 ਵਜੇ ਤੱਕ ਜਿਹੜਾ ਹੈ ਉਹ ਬੰਦ ਕਰਾਂਗੇ। ਬਿਲਕੁਲ ਤਾਂ ਕਿ ਮੋਦੀ ਸਰਕਾਰ ਨੂੰ ਇਹ ਦੱਸਿਆ ਜਾ ਸਕੇ ਕਿ ਕਿਸਾਨ ਕਿੰਨੇ ਪਰੇਸ਼ਾਨ ਹੈ, ਕਿਸਾਨਾਂ 'ਚ ਏਕਤਾ ਕਿੰਨੀ ਕੁ ਹੈ ਤੇ ਕਿਹੜਾ ਵਰਗ ਕੌਣ ਸਾਡੇ ਸਾਥ ਹੈ। ਸੋ ਅੱਜ ਜਿਹੜਾ ਹੈ ਉਹ 12 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਸੀ। ਪੰਜਾਬ 'ਚ ਤੇ ਹਰਿਆਣਾ 'ਚ ਦਾ ਪ੍ਰਭਾਵ ਬਿਲਕੁਲ ਮੁਕੰਮਲ ਅਸੀਂ ਕਹਿ ਸਕਦੇ। ਬਿਲਕੁਲ ਲੋਕਾਂ ਨੇ ਬੜਾ ਸਾਥ ਦਿੱਤਾ, ਲੋਕ ਘਰਾਂ ਤੋਂ ਨਿਕਲੇ ਵੀ ਨਹੀਂ, ਜਿਹੜੇ ਨਿਕਲੇ ਤੇ ਪੁਲਿਸ ਨੇ ਵੀ ਪ੍ਰਬੰਧ ਕੀਤੇ ਹੋਏ ਸੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਜਿਹੜੀ ਪੇਸ਼ ਨਾ ਆਵੇ। ਬਿਲਕੁਲ ਅਲਟਰਨੇਟਿਵ ਰੂਟਸ ਜਿਹੜੇ ਉਹ ਚੱਲੇ ਹੋਏ ਸੀ। ਇਹ ਸਿੰਬੋਲਿਕ ਧਰਨਾ ਸੀ, ਸਿਰਫ ਕਿਸਾਨਾਂ ਨੇ ਇਹ ਦੱਸਣਾ ਸੀ ਕਿ ਸਾਡੇ ਨਾਲ ਜਿਹੜਾ ਹੈ ਉਹ ਕਿੰਨੇ ਕੁ ਲੋਕ ਨੇ, ਅਸੀਂ ਕਿੰਨਾ ਕੁ ਪ੍ਰਭਾਵ ਕੇਂਦਰ ਪਰ ਪਾ ਸਕਦੇ ਹਾਂ। ਇਸ ਸਿੱਟੇ ਦਾ ਅੱਜ ਦਾਵੜਾ ਸਾਹਿਬ ਨਿਕਲਣਿਆ ਕਿ ਕੇਂਦਰ ਸਰਕਾਰ ਇਸ ਬੰਦ ਤੋਂ ਕਿੰਨਾ ਕੁ ਪ੍ਰਭਾਵਿਤ ਹੁੰਦੀ ਹੈ। ਪਰ ਕੇਂਦਰ ਸਰਕਾਰ ਬੇਸ਼ੱਕ ਪ੍ਰਭਾਵਿਤ ਹੁੰਦੀ ਹੈ ਇਹ ਪਤਾ ਲੱਗੇਗਾ, ਲੇਕਿਨ ਰਾਣਾ ਜੀ ਇੱਕ ਚੀਜ਼ ਸਾਹਮਣੇ ਆ ਗਈ ਜੇ ਕਿਸਾਨ ਨੇ ਉਹ ਜ਼ਰੂਰ ਅੱਜ ਉਤਸ਼ਾਹਿਤ ਹੋਣਗੇ ਅੱਜ ਦੇ ਇਹਨਾਂ ਧਰਨਿਆਂ ਨੂੰ ਲੈ ਕੇ, ਅੱਜ ਦੇ ਇਸ ਜਾਮ ਨੂੰ ਲੈ ਕੇ। ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿੱਦਾਂ ਮੈਂ ਦੱਸਿਆ ਕਿ 50 ਦਿਨ ਕਰੀਬ ਹੋ ਗਏ ਕਿਸਾਨਾਂ 'ਚ ਏਕਤਾ ਬਣੀ ਹੋਈ ਹੈ। ਬਿਲਕੁਲ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ ਕੁਝ ਵੱਖ ਵੀ ਹੋ ਸਕਦੀਆਂ, 30-31 ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਅਜੇ ਤੱਕ ਉਹਨਾਂ ਨੇ ਏਕਾ ਬਣਾਇਆ ਹੋਇਆ ਤੇ ਇਕੱਠਿਆਂ ਹੋ ਕੇ ਜਿਹੜਾ ਹੈ ਸਾਰਾ ਐਕਸ਼ਨ ਪਲਾਨ ਕਰ ਰਹੀਆਂ। ਬਿਲਕੁਲ ਤੇ ਪੰਜਾਬ ਦੇ ਲੋਕਾਂ ਨੇ ਵੀ, ਚਾਹੇ ਉਹ ਵਪਾਰੀ ਵਰਗ ਹੈ, ਚਾਹੇ ਉਹ ਇੰਡਸਟਰੀਅਲਿਸਟ ਹੈ, ਚਾਹੇ ਆਮ ਲੋਕ ਹੈ, ਉਹ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਿਹਾ। ਭਾਵੇਂ ਕਿ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਵਖਰੇਵਾਂ ਦੋਹਾਂ 'ਚ ਪਾਇਆ ਜਾਵੇ। ਕਿਸਾਨਾਂ ਨੂੰ ਕਿਹਾ ਜਾ ਰਿਹਾ ਸੀ, ਇੰਡਸਟਰੀਅਲਿਸਟਾਂ ਨੂੰ ਕਿਹਾ ਜਾ ਰਿਹਾ ਸੀ, ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਜੇ ਬਿਜਲੀ ਪੰਜਾਬ 'ਚ ਬੰਦ ਹੋ ਰਹੀ ਹੈ ਤਾਂ ਇਹਦੇ ਕਰਕੇ ਕਿਤੇ ਨਾ ਕਿਤੇ ਕਿਸਾਨ ਜ਼ਿੰਮੇਵਾਰ ਹੈ ਕਿ ਜੇ ਇੰਡਸਟਰੀਅਲਿਸਟਾਂ ਦਾ ਸਮਾਨ ਬਾਹਰ ਜਾ ਨਹੀਂ ਰਿਹਾ ਤੇ ਬਾਹਰ ਤੋਂ ਜਿਹੜਾ ਕੱਚਾ ਮਾਲ ਆ ਨਹੀਂ ਰਿਹਾ ਉਹਦੇ ਲਈ ਕਿਸਾਨ ਜ਼ਿੰਮੇਵਾਰ ਹੈ। ਇਹ ਕਿਤੇ ਨਾ ਕਿਤੇ ਭਰਮ ਭੁਲੇਖਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਨੇ ਬੜੀ ਸੂਝ-ਬੂਝ ਨਾਲ ਇਸ ਚੀਜ਼ ਨੂੰ ਹੈਂਡਲ ਕੀਤਾ ਹੈ। ਕਿਸਾਨਾਂ ਨੇ ਰੇਲ ਟਰੈਕਸ ਖਾਲੀ ਕਰ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਤੁਸੀਂ ਰੇਲ ਟਰੈਕਸ ਖਾਲੀ ਕਰ ਦਿਓ ਤਾਂ ਕਿ DAP ਆ ਸਕੇ, ਤਾਂ ਕਿ ਕੋਲਾ ਆ ਸਕੇ, ਪੰਜਾਬ ਬਿਜਲੀ ਦੇ ਸੰਕਟ 'ਚ ਨਾ ਆਵੇ। ਕਿਸਾਨਾਂ ਨੇ ਟਰੈਕਸ ਵੀ ਖਾਲੀ ਕਰ ਦਿੱਤੇ। ਜਿਹੜੀ ਜਥੇਬੰਦੀ ਕੜੀ ਹੋਈ ਸੀ ਹਲੇ ਕਰਦੇ ਸੀ ਉਹਨਾਂ ਨੇ ਵੀ ਕੱਲ ਅਨਾਉਂਸ ਕਰਤਾ ਵੀ ਅਸੀਂ ਰੇਲ ਟਰੈਕ ਤੋਂ, ਤੇ ਕਿਸਾਨਾਂ ਨੇ ਤਾਂ ਹੁਣ ਇਹ ਵੀ ਕਹਿਤਾ, ਪਹਿਲਾਂ ਤਾਂ ਰੇਲ ਟਰੈਕਸ ਤੋਂ ਹਟ ਕੇ ਉਹ ਸਟੇਸ਼ਨਾਂ ਤੇ ਬਹਿ ਗਏ ਸੀ। ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਕਿਹਾ ਸੀ, ਪਿਊਸ਼ ਗੋਇਲ ਜੀ ਨਾਲ ਮੁਲਾਕਾਤ ਹੋਈ, ਕੇਂਦਰ ਸਰਕਾਰ ਦਾ ਇਹ ਕਹਿਣਾ ਸੀ ਕਿ ਤੁਸੀਂ ਜੀ ਜ਼ਿੰਮੇਵਾਰੀ ਲਓ, ਗਾਰੰਟੀ। ਬਿਲਕੁਲ ਕੈਪਟਨ ਸਾਹਿਬ ਨੇ ਕਹਿਤਾ ਸੀ ਕਿ ਅਸੀਂ ਜ਼ਿੰਮੇਵਾਰੀ ਲੈਣੇ ਆ। ਬਿਲਕੁਲ ਤੇ ਕਿਸਾਨ ਜਿਹੜੇ ਆ ਉਹ ਰੇਲਵੇ ਸਟੇਸ਼ਨਾਂ ਤੋਂ ਵੀ ਹਟ ਕੇ ਹੁਣ ਪਾਸੇ ਬਹਿ ਗਏ ਸੀ ਕਿ ਅਸੀਂ ਰੇਲਵੇ ਸਟੇਸ਼ਨਾਂ ਤੇ ਵੀ ਨਹੀਂ ਬਹਿੰਦੇ, ਪਰ ਅਸੀਂ ਜਿਹੜਾ ਹੈ ਤੁਸੀਂ ਜਿਹੜਾ ਪੰਜਾਬ ਨੂੰ ਜਿਹੜਾ ਸਮਾਨ ਸੌਦਾ ਆਉਣ। ਹੁਣ ਤਾਂ ਅਮਰਿੰਦਰ ਸਿੰਘ ਹੋਰਾਂ ਨੇ ਜ਼ਿੰਮੇਵਾਰੀ ਵੀ ਲੈ ਲਈ ਹੈ ਵੀ ਤੁਸੀਂ ਗੱਡੀਆਂ ਚਲਾਓ। ਇਹ ਕਿਹਾ ਕੇਂਦਰ ਸਰਕਾਰ ਨੂੰ, ਮੇਰੀ ਜ਼ਿੰਮੇਵਾਰੀ ਰਹੀ ਕਿਤੇ ਕਿਸੇ ਵੀ ਮਾਲ ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਜਾਂ ਜਿਹੜੇ ਕਿਸਾਨ ਹੈ ਉਹ ਨੁਕਸਾਨ ਨਹੀਂ ਪਹੁੰਚਾਉਣਗੇ। ਬਹੁਤ ਵੱਡੀ ਗੱਲ ਹੈ। ਤੇ ਹੁਣ ਜਿਹੜੀ ਪੂਰੀ ਤਰ੍ਹਾਂ ਗੇਂਦ ਕਿਹਾ ਜਾ ਸਕਦਾ ਕੇਂਦਰ ਸਰਕਾਰ ਦੇ ਪਾਲੇ ਦੇ ਵਿੱਚ ਹੈ ਵੀ ਕਦੋਂ ਸ਼ੁਰੂ ਕਰਦੀ ਹੈ, ਲੇਕਿਨ ਇਸ ਦਰਮਿਆਨ ਬਹੁਤ ਕੁਝ ਹੋ ਗਿਆ। ਦੇਖੋ ਇਹ ਕਿਸਾਨੀ ਰੋਲੇ ਦੇ ਵਿੱਚ ਅਡਾਨੀਜ਼ ਨੂੰ ਜਿਹੜਾ ਹੈ ਉਹ ਏਅਰਪੋਰਟ ਦੇ ਦਿੱਤੇ ਗਏ। ਇੱਕ ਅਮੈਂਡਮੈਂਟ ਹੋਰ ਬਿੱਲ ਲਿਆ ਦਿੱਤਾ ਗਿਆ ਹੈ
ਜਿਹੜਾ 1 ਨਵੰਬਰ ਤੋਂ 2 ਮਹੀਨੇ ਦੀ ਮੋਹਲਤ ਦਿੱਤੀ ਗਈ ਹੈ ਵੀ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਢਾਬਿਆਂ ਵਾਲੇ, ਜਿਹੜੇ ਰੇਹੜੀਆਂ ਵਾਲੇ ਜਾਂ ਜਿਹੜੇ ਦੂਸਰੇ ਛੋਟੇ ਲੋਕ ਨੇ ਜਿਹੜੇ ਬ੍ਰੈਡ ਪਕੌੜੇ, ਗੋਲ ਗੱਪੇ ਜਾਂ 버ਗਰ ਵੇਚਦੇ ਨੇ, ਇਹਨਾਂ ਨੂੰ ਲਾਇਸੈਂਸ ਲੈਣਾ ਹੁਣ FSSAI ਤੋਂ ਜ਼ਰੂਰੀ ਕਰ ਦਿੱਤਾ ਹੈ। 1 ਰੁਪਏ ਦੀ ਕੀਮਤ ਦਾ ਜਿਹੜਾ ਲਾਇਸੈਂਸ ਤੁਹਾਨੂੰ ਮਿਲ ਜਾਂਦਾ ਸੀਗਾ ਸਿਵਲ ਸਰਜਨ ਦੇ ਦਫ਼ਤਰ ਚੋਂ, ਹੁਣ ਤੁਹਾਨੂੰ ਸਿਰਫ ਤੇ ਸਿਰਫ ਕੇਂਦਰ ਸਰਕਾਰ ਤੋਂ ਲੈਣਾ ਪਏਗਾ ਔਰ ਜਾ ਕੇ 7500 ਰੁਪਏ ਸਾਲ ਦੇ ਵਿੱਚ। ਇੱਕ ਹੋਰ ਗੱਲ ਹੋਈ ਹੈ ਵੀ ਜਿਹੜਾ ਬੰਦਾ ਇਹ ਚੀਜ਼ਾਂ ਵੇਚਦਾ ਹੈ ਉਸ ਨੂੰ ਆਪਣੇ ਦੁਕਾਨ ਦੇ ਉੱਤੇ ਇੱਕ ਜਿਹੜਾ ਹੈ ਉਹ BSc ਜਿਸ ਨੇ ਬੰਦੇ ਨੇ ਕੀਤੀ ਹੋਵੇ ਇਹਦੇ ਫੂਡ ਜਿਹੜੀ ਪ੍ਰੀਜ਼ਰਵਿੰਗ ਦੀ ਕੀਤੀ ਹੋਵੇ, ਉਸ ਬੰਦੇ ਨੂੰ ਰੱਖਣਾ ਲਾਜ਼ਮੀ ਹੋ ਜਾਏਗਾ। ਜੀ BSc ਕੈਮਿਸਟਰੀ ਕਹਿ ਸਕਦੇ ਆ ਜਾਂ BSc ਫੂਡ ਪ੍ਰੀਜ਼ਰਵਿੰਗ ਕਹਿ ਸਕਦੇ ਆ, ਉਹ ਪੜ੍ਹਿਆ ਲਿਖਿਆ ਬੰਦਾ ਜਿਹੜਾ ਉਹ ਇੱਕ। ਤਾਂ ਫਿਰ ਹੁਣ ਗੋਲ ਗੱਪੇ ਵਾਲਿਆਂ ਨੂੰ ਗੋਲ ਗੱਪੇ ਵੇਚਣੇ ਜਾਂ ਫਿਰ 버ਗਰ ਵਾਲਿਆਂ ਨੂੰ 버ਗਰ ਵੇਚਣੇ ਰੇਹੜੀਆਂ ਤੇ ਬੜੇ ਮੁਸ਼ਕਲ ਹੋ ਜਾਣਗੇ। ਇਹ ਵੀ ਇਸ ਆੜ ਦੇ ਵਿੱਚ ਬਿੱਲ ਪਾਸ ਹੋ ਗਏ। ਹੋਰ ਵੀ ਬਹੁਤ ਕੁਝ ਹੋ ਰਿਹਾ। ਦੂਸਰੇ ਪਾਸੇ ਪੰਜਾਬ ਸਰਕਾਰ ਨੇ ਰਾਣਾ ਜੀ ਇੱਕ ਗੱਲ ਹੋਰ ਕੀਤੀ ਹੈ। ਪੰਜਾਬ ਸਰਕਾਰ ਨੇ ਵਾਅਦੇ ਦੇ ਮੁਤਾਬਕ ਕੱਲ ਜਾ ਕੇ ਧਰਨਾ ਲਗਾਇਆ ਹੈ। ਹਾਲਾਂਕਿ ਉਹ ਜਿਸ ਤਰ੍ਹਾਂ ਕਿਹਾ ਗਿਆ ਸੀ ਰਾਜਘਾਟ ਤੇ ਹੀ ਲਗਾਇਆ, ਦਫਾ 144 ਲੱਗੀ ਸੀ, ਜੰਤਰ ਮੰਤਰ ਤੇ ਆ ਗਏ ਉਹ, ਔਰ ਏਕਤਾ ਬੜੀ ਦਿਖਾਈ ਹੈ। ਨਵਜੋਤ ਸਿੰਘ ਸਿੱਧੂ ਵੀ ਉਸ ਦੇ ਵਿੱਚ ਪੁੱਜੇ। ਇਹਦਾ ਵੀ ਕੁਝ ਨਵਜੋਤ ਸਿੰਘ ਸਿੱਧੂ ਵੀ ਪੁੱਜਿਆ ਜੀ ਤੇ ਢੀਂਡਸਾ ਸਾਹਿਬ ਵੀ ਪੁੱਜੇ। ਬੈਂਸ ਬਿਲਕੁਲ ਓਪੋਜੀਸ਼ਨ ਪਾਰਟੀਆਂ ਦੇ ਪਰਮਿੰਦਰ ਸਿੰਘ ਢੀਂਡਸਾ ਤੇ ਬੈਂਸ ਬ੍ਰਦਰਸ ਤੋਂ ਬਿਲਕੁਲ ਉਹਨਾਂ ਨੇ ਪਹਿਲੇ ਵੀ ਕਹਿ ਦਿੱਤਾ ਸੀ ਵੀ ਅਸੀਂ ਨਾਲ ਹੈਗੇ, ਸਪੋਰਟ ਕਰਾਂਗੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਕਾਂਗਰਸ ਦੀ ਜਿਹੜੀ ਕਹਿ ਰਹੇ ਸੀ ਨਾ ਫ੍ਰਿਕਸ਼ਨ ਹੈਗੀ ਆ, ਉਹ ਵੀ ਉਹ ਖਤਮ ਹੋ ਗਈ ਉੱਥੇ ਜੇ ਦੇਖਿਆ ਜਾਏ। ਦੂਸਰੀ ਗੱਲ ਮੈਂ ਕਹਿੰਦਾ, ਮੇਰਾ ਕਹਿਣ ਦਾ ਇਸ ਪੁੱਛਣ ਦਾ ਇਸ ਸਵਾਲ ਵੀ ਇਹਦੇ ਨਾਲ ਇਸ ਪ੍ਰਦਰਸ਼ਨ ਦਾ ਇੰਨਾ ਕੁਝ ਕਰਨ ਦਾ ਕੀ ਕੇਂਦਰ ਸਰਕਾਰ ਦੇ ਕੰਨ ਦੇ ਉੱਤੇ ਕੋਈ ਜੂ ਰਹਿੰਦੀ ਨਹੀਂ, ਜਾਂ ਇਹ ਵੀ ਆਮ ਇੱਕ ਹੋ ਜਾਏਗਾ ਵੀ ਨਹੀਂ ਜੀ ਗਏ ਸੀ ਵਾਪਸ ਆ ਗਏ। ਦੇਖੋ ਜੀ, ਕੱਲ ਜੋ ਕੁਝ ਉੱਥੇ ਹੋਇਆ ਉਹਨਾਂ ਪੰਜਾਬ ਦੀ ਰਾਜਨੀਤੀ ਨੂੰ ਆਉਣ ਵਾਲੇ ਸਮੇਂ 'ਚ ਦਾਵੜਾ ਜੀ ਬੜੀ ਦੂਰ ਤੱਕ ਤੇ ਬੜੀ ਦੇਰ ਤੱਕ ਪ੍ਰਭਾਵਿਤ ਕਰਨਾ ਹੈ ਜੀ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਤਾਂ ਵਿਧਾਨ ਸਭਾ 'ਚ ਜਿਹੜਾ ਮਤਾ ਪਾਸ ਕੀਤਾ ਉਹ ਇੱਕ ਵਾਰ ਯੂਨੈਨਿਮਸਲੀ ਮਤਾ ਅਸੀਂ ਉਹਨੂੰ ਕਹਿ ਸਕਦੇ ਹਾਂ, ਬਾਅਦ 'ਚ ਭਾਵੇਂ ਕਿ ਉਹਨੂੰ ਯੂ ਟਰਨ ਲੈ ਲਈ ਜੀ। ਉਹਦੇ ਬਾਅਦ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਰਾਸ਼ਟਰਪਤੀ ਜੀ ਨੂੰ ਮਿਲਣ ਜਾਣਾ ਹੈ ਤੇ ਆਓ ਸਾਰੇ ਇਕੱਠੇ ਹੋ ਕੇ ਚੱਲੀਏ। ਬਿਲਕੁਲ। ਤੇ ਉੱਥੇ ਵੀ ਜਿਹੜੀਆਂ ਬਾਕੀ ਪਾਰਟੀਆਂ ਹੈ ਉਹ ਪਹਿਲਾਂ ਤਾਂ ਜੱਕੋ ਤੱਕੀ 'ਚ ਸੀ ਕਿ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਬਾਅਦ 'ਚ ਉਹਨਾਂ ਨੇ ਕਹਿਤਾ ਅਸੀਂ ਨਹੀਂ ਜਾਣਾ ਜੀ। ਪਰ ਫਿਰ ਵੀ ਇੱਕ ਮੈਸੇਜ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੋਂ ਤੱਕ ਕਿਸਾਨਾਂ ਦਾ ਸੰਬੰਧ ਹੈ, ਇਹਨਾਂ ਕਿਸਾਨੀ ਬਿੱਲਾਂ ਦਾ ਸੰਬੰਧ ਹੈ, ਅਸੀਂ ਸਾਰੇ ਸਿਆਸੀ ਵਖਰੇਵੇਂ ਭੁਲਾ ਕੇ ਜਿਹੜਾ ਹੈ ਉਹ ਇਕੱਠੇ ਹੋ ਕੇ ਪੰਜਾਬ ਦੇ ਕਿਸਾਨਾਂ ਲਈ ਲੜ ਸਕਦੇ ਜੀ। ਉਹ ਕਿੰਨਾ ਕੁ ਸੱਚ ਸੀ, ਕੈਪਟਨ ਅਮਰਿੰਦਰ ਸਿੰਘ ਦੇ ਦਿਲ 'ਚ ਕੀ ਸੀ, ਉਹ ਗੱਲ ਵੱਖਰੀ ਹੈ। ਪਰ ਉਹਨਾਂ ਨੇ ਇੱਕ ਮੈਸੇਜ, ਇੱਕ ਸੰਦੇਸ਼ ਜਿਹੜਾ ਹੈ ਉਹ ਬਾਹਰ ਵੀ ਪਹੁੰਚਾਇਆ ਤੇ ਇੱਥੇ ਪੰਜਾਬ ਦੇ ਲੋਕਾਂ ਨੂੰ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੋਂ ਤੱਕ ਕਿਸਾਨਾਂ ਦੀ ਭਲਾਈ ਦਾ ਸੰਬੰਧ ਹੈ ਉੱਥੋਂ ਤੱਕ ਅਸੀਂ ਸਾਰੇ ਇਕੱਠੇ ਹਾਂ, ਅਸੀਂ ਆਪਣੇ ਸਿਆਸੀ ਵਖਰੇਵੇਂ ਭੁਲਾ ਕੇ ਜਿਹੜਾ ਹੈ ਉਹ ਹਰ ਕੰਮ ਕਿਸਾਨਾਂ ਦੀ ਭਲੇ ਲਈ ਕਰਨ ਲਈ ਤਿਆਰ। ਬਿਲਕੁਲ। ਸੋ ਉਹਨਾਂ ਨੇ ਰਾਸ਼ਟਰਪਤੀ ਜੀ ਤੋਂ ਟਾਈਮ ਮੰਗਿਆ ਸੀ। ਰਾਸ਼ਟਰਪਤੀ ਜੀ ਨੇ ਇਹ ਕਹਿ ਦਿੱਤਾ ਕਿ ਤੁਹਾਡਾ ਬਿੱਲ ਜਿਹੜੇ ਤੁਸੀਂ ਪਾਸ ਕੀਤੇ ਆ ਉਹ ਤਾਂ ਅਜੇ ਗਵਰਨਰ ਸਾਹਿਬ ਕੋਲ ਪਏ ਆ ਜੀ, ਮੇਰੇ ਕੋਲ ਆਉਣ ਦਾ ਫਾਇਦਾ ਨਹੀਂ ਕਿਉਂਕਿ ਉਹਦਾ ਬਿੱਲ ਤਾਂ ਗਵਰਨਰ ਸਾਹਿਬ ਕੋਲ ਪਏ ਆ। ਬਿਲਕੁਲ। ਪਰ ਰਾਸ਼ਟਰਪਤੀ ਜੀ ਨੇ ਜਿਹੜਾ ਮਿਲਣ ਦਾ ਸਮਾਂ ਨਹੀਂ ਦਿੱਤਾ, ਕੈਪਟਨ ਸਾਹਿਬ ਮੁੱਖ ਮੰਤਰੀ ਹੈ, ਪੰਜਾਬ ਦੇ 3.5 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੇ ਆ। ਬਿਲਕੁਲ। 117 ਦੇ 117 ਚੋਂ 115 ਵਿਧਾਇਕ ਤਾਂ ਜਿਹੜੇ ਸੀ ਉਹਨਾਂ ਦੇ ਨਾਲ ਸੀ, 2 ਭਾਰਤੀ ਜਨਤਾ ਪਾਰਟੀ ਦੇ ਜੇ ਛੱਡ ਲਈਏ ਜਿਹਨਾਂ ਨੇ ਕਿ ਉਹ ਬਿੱਲ ਪਾਸ ਕੀਤੇ ਆ। ਤੇ ਜੇ ਪੰਜਾਬ ਦੇ ਇਲੈਕਟਡ ਰਿਪਰੈਜ਼ੈਂਟੇਟਿਵਸ, ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦੇ MLAs, ਪੰਜਾਬ ਦੇ MP ਰਾਸ਼ਟਰਪਤੀ ਤੋਂ ਜਿਹੜਾ ਕਿ ਦੇਸ਼ ਦਾ ਸੰਵਿਧਾਨਕ ਮੁਖੀ ਹੈ ਉਹ ਤੋਂ ਸਮਾਂ ਮੰਗਦੇ ਸੀ ਮਿਲਣ ਦਾ, ਤਾਂ ਦੇ ਦੇਣਾ ਚਾਹੀਦਾ ਸੀ। ਬਿਲਕੁਲ। ਸਮਾਂ ਨਾ ਦੇਣ ਦਾ ਮੈਂ ਕਹਿੰਦਾ ਜਿਹੜਾ ਇਹ ਰਾਸ਼ਟਰਪਤੀ ਜੀ ਨੇ ਕਿਹਾ ਕਿ ਸਮਾਂ ਮਿਲਣ ਦਾ ਵੀ ਉਹਨਾਂ ਦੀ ਗੱਲ ਸੁਣ ਲੈਂਦੇ। ਬਿਲਕੁਲ। ਕਿ ਭਾਈ ਤੁਹਾਡੇ ਬਿੱਲ ਮਿਲ ਕੇ ਕਹਿ ਦਿੰਦੇ ਵੀ ਗਵਰਨਰ ਸਾਹਿਬ ਕੋਲ ਬਿੱਲ ਪਏ ਆ ਵੀ ਤੁਹਾਡਾ, ਇਸ ਲਈ ਨਹੀਂ ਹੋ ਸਕਦੇ। ਤੇ ਇਹ ਜਿਹੜਾ ਮੈਂ ਸਮਝਦਾ ਇਹ ਚੰਗਾ ਸੰਕੇਤ ਨਹੀਂ ਹੈ ਕੇਂਦਰ ਵੱਲੋਂ, ਇੱਕ ਅੜੀ ਦਾ ਸੰਕੇਤ ਹੈ ਕਿ ਰਾਸ਼ਟਰਪਤੀ ਕਿਹਾ ਜਾਂਦਾ ਕਿ ਹੈ ਤਾਂ ਸੰਵਿਧਾਨਕ ਮੁਖੀ ਹੈ, ਕਾਰਜਕਾਰੀ ਮੁਖੀ ਕੋਈ ਹੋਰ ਹੁੰਦਾ। ਕਾਰਜਕਾਰੀ ਮੁਖੀ ਤਾਂ ਪ੍ਰਧਾਨ ਮੰਤਰੀ ਹੈ ਜਾਂ ਕਾਉਂਸਲ ਆਫ ਮਿਨਿਸਟਰਸ ਹੈ ਤੇ ਰਾਸ਼ਟਰਪਤੀ ਨੇ ਉਹਨਾਂ ਦੇ ਕਹਿਣ ਤੇ ਕੰਮ ਕਰਨਾ ਹੁੰਦਾ। ਪਰ ਫਿਰ ਵੀ ਜੇ ਮਿਲ ਲੈਂਦੇ, ਜੇ ਸਮਾਂ ਦੇ ਦਿੰਦਾ ਤਾਂ ਇਹ ਇੱਕ ਸੰਕੇਤ ਚੰਗਾ ਜਾਣਾ ਸੀ, ਇਹ ਸਮੱਸਿਆ ਨੂੰ ਹੱਲ ਕਰਨ ਵੱਲ ਇੱਕ ਕਦਮ ਹੋ ਜਾਣਾ ਸੀ। ਪਰ ਉੱਥੇ ਜੋ ਕੁਝ ਹੋਇਆ ਉਹ ਠੀਕ ਨਹੀਂ ਹੋਇਆ। ਇਸ ਕਰਕੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਫਿਰ ਜਿਹੜਾ ਹੈ ਉਹ ਧਰਨਾ ਮਾਰਾਂਗੇ। ਪਹਿਲਾਂ ਲੜੀਵਾਰ ਧਰਨੇ ਦੀ ਗੱਲ ਸੀ ਤੇ ਅੱਜ ਤਾਂ ਅਖਬਾਰਾਂ 'ਚ ਮੈਨੂੰ ਖਬਰਾਂ ਕਿਤੇ ਲੱਭਿਆ ਨਹੀਂ ਕਿ ਅੱਜ ਦੇ ਧਰਨੇ ਦਾ ਕੀ ਬਣਿਆ, ਲੜੀਵਾਰ ਹੈ ਜਾਂ ਨਹੀਂ ਹੈ। ਪਰ ਉੱਥੇ ਜੋ ਕੁਝ ਹੋਇਆ ਉਹ ਮੈਂ ਕਿਹਾ ਜੇ ਪੰਜਾਬ ਦੀ ਰਾਜਨੀਤੀ ਨੂੰ ਬੜੀ ਦੂਰ ਤੱਕ ਪ੍ਰਭਾਵਿਤ ਕਰੇਗਾ। ਖਹਿਰਾ ਸਾਹਿਬ ਨਾਲ ਸੀ, ਸਿੱਧੂ ਸਾਹਿਬ ਨਾਲ ਸੀ ਤੇ ਬੋਲੇ ਵੀ ਉੱਥੇ ਬੜੀ ਇੱਕ ਦੂਜੇ ਦੀ ਜਿਹੜੀ ਹੈ ਉਹ ਰਿਸਪੈਕਟ ਉਹਨਾਂ ਨੇ ਤਾਰੀਫ ਵੀ ਕੀਤੀ ਹੈ। ਬਿਲਕੁਲ। ਤੇ ਮੈਂ ਇੱਥੇ ਇੱਕ ਗੱਲ ਹੋਰ ਦਾਵੜਾ ਸਾਹਿਬ ਕਹਿਣਾ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਇਸ ਗੱਲੋਂ ਬੜਾ ਸਿਆਣਾ ਜੀ। ਅਸੀਂ ਵਿਧਾਨ ਸਭਾ 'ਚ ਉਹਨਾਂ ਦੀ ਸਪੀਚ ਦੇਖੀਏ, ਅਸੀਂ ਕੱਲ ਜਿਹੜੇ ਉਹ ਧਰਨੇ 'ਚ ਬੋਲੇ ਜੀ ਉਹ ਸਪੀਚ ਦੇਖੀਏ। ਕੈਪਟਨ ਸਾਹਿਬ ਨੇ ਗੱਲ ਇੱਥੋਂ ਸ਼ੁਰੂ ਕੀਤੀ ਜਦੋਂ ਮੈਂ ਉਹਨਾਂ ਨੂੰ ਸੁਣਦਾ ਸੀ ਕਿ ਮੈਂ ਝਗੜਾ ਨਹੀਂ ਚਾਹੁੰਦਾ। ਬਿਲਕੁਲ। ਕਿਉਂਕਿ ਇੱਕ ਨੈਰੇਟਿਵ ਸੈੱਟ ਕਰਨ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ ਕਿ ਪੰਜਾਬ ਜਾਂ ਪੰਜਾਬੀ
ਜਾਂ ਜਿਹੜੇ ਲੋਕ ਧਰਨੇ ਮੁਜ਼ਾਹਰੇ ਕਰ ਰਹੇ ਨੇ ਇਹ ਖਣੀ ਦੇਸ਼ ਦੇ ਹਿੱਤਾਂ ਦੇ ਖਿਲਾਫ ਜਾ ਰਹੇ ਨੇ। ਬਿਲਕੁਲ ਕੈਪਟਨ ਸਾਹਿਬ ਜਦ ਵੀ ਬੋਲਦੇ ਆ ਉਹ ਪਹਿਲਾਂ ਦੇਸ਼ ਦੀ ਸੁਰੱਖਿਆ ਦੀ ਗੱਲ ਸਭ ਤੋਂ ਪਹਿਲਾਂ ਕਰਦੇ। ਬਿਲਕੁਲ ਉਹਨਾਂ ਨੇ ਜਦ ਵੀ ਕਰਨੀ ਹੈ ਕਾਰਗਿਲ ਜੰਗ ਦੀ ਗੱਲ ਜ਼ਰੂਰ ਕਰਨਗੇ, ਉਹ 65 ਦੀ ਜੰਗ ਦੀ ਗੱਲ ਜ਼ਰੂਰ ਕਰਨਗੇ। ਉਹਨਾਂ ਨੇ ਵਿਧਾਨ ਸਭਾ 'ਚ ਵੀ ਕੀਤੀ, ਕੱਲ੍ਹ ਵੀ ਕੀਤੀ। ਉਹ ਦਰਾਸ ਦੀ ਗੱਲ ਕਰਨਗੇ ਕਿ ਉੱਥੇ ਸਾਡੇ ਜਵਾਨ ਕਿੱਦਾਂ ਬੈਠੇ ਆ, ਕਿੰਨੇ ਮਾਈਨਸ ਟੈਂਪਰੇਚਰ 'ਚ ਬੈਠੇ ਆ, ਕਿਉਂਕਿ ਆਪ ਤਾਂ ਫੌਜੀ ਆ, ਉਹ ਲੜਦੇ ਰਹੇ ਆ। ਜੀ ਇਹ ਗੱਲਾਂ ਉਹ ਜ਼ਰੂਰ ਕਰਦੇ ਆ। ਵਿਧਾਨ ਸਭਾ 'ਚ ਵੀ ਉਹਨਾਂ ਨੇ ਕੀਤੀਆਂ, ਕੱਲ੍ਹ ਵੀ ਕੀਤੀਆਂ ਕਿ ਜਿੱਥੋਂ ਤੱਕ ਨੈਸ਼ਨਲ ਸਿਕਿਉਰਿਟੀ ਦਾ ਸੰਬੰਧ ਹੈ ਉੱਥੋਂ ਤੱਕ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈ। ਅਸੀਂ ਚਾਹੁੰਦੇ ਕੀ ਹੈ? ਬਿਲਕੁਲ ਅਸੀਂ ਕੁਝ ਨਹੀਂ ਚਾਹੁੰਦੇ। ਅਸੀਂ ਸਿਰਫ ਆਪਣਾ ਇੱਕ ਛੋਟਾ ਜਿਹਾ ਹੱਕ ਚਾਹੁੰਦੇ ਹਾਂ ਕਿ ਅਸੀਂ ਰਾਸ਼ਟਰਪਤੀ ਨੂੰ ਮਿਲ ਕੇ ਵੀ ਮੈਂ ਉਹਨਾਂ ਨੂੰ ਸਥਿਤੀ ਬਾਰੇ ਅਵਗਤ ਕਰਾਉਣਾ ਚਾਹੁੰਦਾ ਸੀ ਬਿਲਕੁਲ ਕਿ ਭਾਈ ਪੰਜਾਬ ਦੀ ਆਹ ਸਥਿਤੀ ਹੈ, ਸਾਡੀ ਬਾਰਡਰ ਸਟੇਟ ਹੈ, ਜੇ ਇੱਥੇ ਅਨਰੈਸਟ ਹੁੰਦੀ ਹੈ ਤਾਂ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਦਾ ਨਾਮ ਹਮੇਸ਼ਾ ਲੈਂਦੇ ਆ ਜੀ ਕਿ ਗੁਆਂਢੀ ਮੁਲਕ ਸਾਡਾ ਕੋਈ ਨਾ ਕੋਈ ਫਾਇਦਾ ਚੱਕ ਕੇ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਦੀ ਗੜਬੜ ਕਰ ਸਕਦੇ ਆ। ਬਿਲਕੁਲ ਸੋ ਕੈਪਟਨ ਅਮਰਿੰਦਰ ਸਿੰਘ ਬੜਾ ਸਿਆਣਾ, ਭਾਵੇਂ ਕਿ ਕਈ ਬੰਦੇ ਤੱਤੀਆਂ ਸੁਰਾਂ ਅਲਾਪਦੇ ਰਹੇ ਆ, ਇਹਨਾਂ ਧਰਨਿਆਂ 'ਚ ਵੀ ਅਲਾਪਦੇ ਰਹੇ ਆ, ਜੀ ਇਦਾਂ ਦੇ ਬੰਦਿਆਂ ਦੇ ਨਾਂ ਲੈਂਦੇ ਰਹੇ ਜਾਂ ਇਦਾਂ ਦੇ ਨਾਅਰੇ ਲੱਗਦੇ ਰਹੇ ਜਿਹੜੇ ਇੱਕ ਭਾਈਚਾਰੇ ਨੂੰ ਮਨਜ਼ੂਰ ਨਹੀਂ। ਪਰ ਕੈਪਟਨ ਸਾਹਿਬ ਜਿਹੜੇ ਹਮੇਸ਼ਾ ਉਹ ਨੈਸ਼ਨਲ ਸਿਕਿਉਰਿਟੀ ਨੂੰ ਮੁੱਖ ਰੱਖ ਕੇ ਗੱਲ ਕਰਦੇ, ਇਹ ਇਹਨਾਂ ਦੀ ਤਾਰੀਫ ਕਰਨੀ ਪੈਂਦੀ। ਜੀ ਬਿਲਕੁਲ। ਰਿਜ਼ਲਟ ਕੀ ਆਏਗਾ, ਇਸ ਧਰਨੇ ਨੂੰ ਕਿੱਥੇ ਤੱਕ ਲੈ ਕੇ ਜਾਣਗੇ ਜਾਂ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਕੀ ਸੋਚੇਗੀ, ਇਹ ਤਾਂ ਲੱਗੇਗਾ ਪਤਾ। ਅੱਜ ਤੇ ਜੋ 4 ਘੰਟੇ ਦਾ ਜਾਮ ਲੱਗਿਆ ਉਸ ਬਾਰੇ ਕੇਂਦਰ ਸਰਕਾਰ ਕੀ ਸੋਚੇਗੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ, ਕਿਉਂਕਿ ਨਹੀਂ ਤਾਂ ਕਿਸਾਨਾਂ ਨੇ ਮਨ ਬਣਾਇਆ ਵੀ ਹੁਣ ਪੰਜਾਬ ਜਾਂ ਹਰਿਆਣੇ ਦੇ ਵਿੱਚ ਨਹੀਂ, 26 ਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕੀਤਾ ਜਾਏਗਾ। ਦਿੱਲੀ ਦਾ ਹੀ ਨਹੀਂ, ਸੰਸਦ ਭਵਨ ਦਾ ਘਿਰਾਓ ਕੀਤਾ ਜਾਏਗਾ। ਇਹ ਲੜਾਈ ਹੁਣ, ਇਹ ਸੰਘਰਸ਼ ਜਿਹੜਾ ਇਹ ਲੰਬਾ ਖਿੱਚੇ। ਚੁਣੌਤੀ ਦਾਵੜਾ ਸਾਹਿਬ ਇਹ ਕਿਸਾਨ ਯੂਨੀਅਨ ਲਈ ਵੀ ਹੈਗੇ ਕਿ ਇੰਨੀ ਦੇਰ ਤੱਕ ਕਿਸੇ ਸੰਘਰਸ਼ ਨੂੰ ਬਣਾ ਕੇ ਰੱਖਣਾ ਜਾਂ ਚਲਾਉਣਾ ਬੜਾ ਮੁਸ਼ਕਿਲ ਹੁੰਦਾ, ਉਹ 'ਚ ਬੜੀਆਂ ਸਮੱਸਿਆਵਾਂ। ਉਹਦੇ 'ਚ ਹੁਣ ਇਹ ਹੋ ਗਿਆ ਵੀ ਪੂਰੇ ਦੇਸ਼ ਦੇ ਜਿਹੜੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨਾ, ਕਿਉਂਕਿ ਇਹਨਾਂ ਨੇ 5 ਮੈਂਬਰੀ ਜਿਹੜੀ ਕਮੇਟੀ ਬਣਾਈ ਹੈ ਉਹ ਪੂਰੇ ਜਿਹੜੀ ਹੈ ਨੈਸ਼ਨਲ ਲੈਵਲ ਦੀ ਬਣਾਈ ਹੈ। ਉਸ ਦੇ ਵਿੱਚ ਦੇਖੋ ਜਿੱਥੇ ਜਿੱਥੇ ਤਾਂ ਸਰਕਾਰਾਂ ਹੈ ਭਾਰਤੀ ਜਨਤਾ ਪਾਰਟੀ ਦੇ ਉਲਟ, ਜੀ ਉੱਥੇ ਉੱਥੇ ਦਾ ਥੋੜਾ ਕਿਸਾਨਾਂ ਦਾ ਪ੍ਰਭਾਵ ਹੈ, ਕਿਉਂਕਿ ਸੌਫਟ ਕਾਰਨਰ ਕੁਝ ਸਰਕਾਰਾਂ ਦਾ ਵੀ ਕਿਸਾਨਾਂ ਦੇ ਪ੍ਰਤੀ ਹੈ, ਚਾਹੇ ਉਹ ਧਰਨੇ ਮੁਜ਼ਾਹਰੇ ਕਰਨ ਬੈਠੇ ਆ, ਚਾਹੇ ਉਹ ਸ਼ਾਪਿੰਗ ਮਾਲਸ ਦੇ ਬਾਹਰ ਬੈਠੇ ਆ। ਪਰ ਜਿੱਥੇ ਜਿੱਥੇ ਸਰਕਾਰਾਂ ਬੀਜੇਪੀ ਦੀਆਂ ਨੇ, ਜੀ ਕਿਸਾਨ ਜਿਹੜੇ ਕਿ ਇਸ ਬਿੱਲ ਦੇ ਹੱਕ 'ਚ ਹੈ, ਉੱਥੇ ਉੱਥੇ ਕਿਸਾਨਾਂ ਨੂੰ ਸਮੱਸਿਆ ਵੀ ਆ ਸਕਦੀ। ਬਿਲਕੁਲ ਬਿਲਕੁਲ ਆ ਸਕਦੀ ਹੈ। ਹਾਲਾਂਕਿ ਹਿਮਾਚਲ ਦੇ ਵਿੱਚ ਵੀ ਹੁਣ ਜਿਹੜੇ ਕਿਸਾਨ ਹੈ ਉਹ ਬਿਲਕੁਲ ਸਰਕਾਰ ਦੇ ਵਿਰੁੱਧ ਹੋ ਚੁੱਕੇ ਨੇ, ਲੇਕਿਨ ਮੈਂ ਪਹਿਲਾਂ ਕਿਹਾ ਵੀ ਆਉਣ ਵਾਲਾ ਸਮਾਂ ਹੀ ਸਾਰਾ ਕੁਝ ਦੱਸੇਗਾ। ਰਾਣਾ ਜੀ, ਗੱਲ ਪੰਜਾਬ ਤੋਂ ਨਿਕਲ ਕੇ ਗੱਲ ਕਰਦੇ ਹਾਂ, ਅਮਰੀਕਾ ਦੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਸੁਰਖੀਆਂ ਬਣੀਆਂ ਹੋਈਆਂ ਨੇ। ਸੁਰਖੀਆਂ ਬਣਨੀਆਂ ਵੀ ਚਾਹੀਦੀਆਂ ਕਿਉਂਕਿ ਵਰਲਡ ਦੀ ਸਭ ਤੋਂ ਵੱਡੀ ਪਾਵਰ ਦੇ ਵਿੱਚ ਜਿਹੜੇ ਆ ਉਹ ਚੋਣਾਂ ਹੋ ਰਹੀਆਂ ਨੇ ਰਾਸ਼ਟਰਪਤੀ ਦੀਆਂ। ਅਮਰੀਕਾ ਚੋਣਾਂ ਬਾਈਡਨ ਤੇ ਟਰੰਪ ਜਿਹੜੇ ਆ ਉਹ ਆਪਸ ਦੇ ਵਿੱਚ ਆਮਣੇ ਸਾਹਮਣੇ ਹੈ। ਕਦੀ ਪਲੜਾ ਉਹਨਾਂ ਦਾ ਭਾਰਾ ਹੋ ਜਾਂਦਾ, ਕਦੀ ਪਲੜਾ ਉਹਨਾਂ ਦਾ ਭਾਰਾ ਹੋ ਜਾਂਦਾ। ਸਥਿਤੀ ਜਿਹੜੀ ਆ ਉਹ ਡਾਵਾਡੋਲੀ ਹੈਗੀ ਹੈ। ਉਮੀਦ ਕੀ ਕੀਤੀ ਜਾ ਸਕਦੀ ਹੈ? ਰਿਸ਼ਤੇ, ਕਿਉਂਕਿ ਅੱਜ ਟਰੰਪ ਦੇ ਰਿਸ਼ਤੇ ਕਿਹਾ ਜਾਂਦਾ ਵੀ ਭਾਰਤ ਨਾਲ ਬਹੁਤ ਵਧੀਆ ਸੀਗੇ, ਅਗਰ ਟਰੰਪ ਪਿਛੜ ਜਾਂਦੇ ਨੇ ਤਾਂ ਬਾਈਡਨ ਨਾਲ ਰਿਸ਼ਤੇ ਕਿਸ ਤਰ੍ਹਾਂ ਦੇ ਹੋਣਗੇ? ਮਤਲਬ ਇਹ, ਹਾਲਾਂਕਿ ਖਬਰਾਂ ਤਾਂ ਇਹ ਵੀ ਰਹੀਆਂ ਵੀ ਬਾਈਡਨ ਜੀ ਵੀ ਮੋਦੀ ਸਾਹਿਬ ਦੇ ਬੜੇ ਪੁਰਾਣੇ ਦੋਸਤ ਹੈ। ਹੁਣ ਪੁਰਾਣੀ ਦੋਸਤੀ ਉਹ ਕਿੱਥੇ ਤੋਂ ਸ਼ੁਰੂ ਹੋਈ ਹੈ, ਇਹ ਹਲੇ ਤੱਕ ਛੁਪਾਇਆ ਨਹੀਂ। ਇਹ ਗੱਲ ਆਪਾਂ ਇਲੈਕਸ਼ਨ 'ਚ ਬਾਅਦ ਜਾਂਦੇ ਹਾਂ। ਜਿਹੜੀ ਤੁਸੀਂ ਗੱਲ ਕਹੀ ਨਾ ਕਿ ਜੋ ਬਾਈਡਨ ਜਿੱਤਦੇ ਆ ਜਾਂ ਟਰੰਪ ਜਿੱਤਦੇ ਆ, ਭਾਰਤ ਲਈ ਉਹ ਰਿਸ਼ਤੇ ਕਿੱਦਾਂ ਦੇ ਰਹਿਣਗੇ। ਅਮਰੀਕਾ 'ਚ ਜੋ ਬਾਈਡਨ ਤੇ ਡੈਮੋਕ੍ਰੈਟਿਕ ਪਾਰਟੀ ਦੇ ਰਿਪਬਲਿਕਨ 'ਚ ਬਹੁਤ ਮੁੱਦਿਆਂ ਤੇ ਲੜਾਈ ਹੈ। ਬਿਲਕੁਲ ਕਿ ਤੁਸੀਂ ਵੀਜ਼ੇ ਕਿੰਨੇ ਕੁ ਦੇਣੇ ਆ ਜੀ, ਤੁਹਾਡਾ ਨਸਲੀ ਪਾਲਿਸੀ ਕੀ ਹੋਣੀ ਚਾਹੀਦੀ, ਤੁਹਾਡੀ ਹੈਲਥ ਪਾਲਿਸੀ ਕੀ ਹੋਣੀ ਚਾਹੀਦੀ। ਅਮਰੀਕਾ ਦੇ ਪੂਰੀ ਦੁਨੀਆ 'ਚ ਪ੍ਰਭਾਵ ਹੈ, ਪੂਰੀ ਦੁਨੀਆ 'ਚ ਦਖਲਅੰਦਾਜ਼ੀ ਕਰਦਾ ਹੈ ਕਿ ਉਹ ਸਾਨੂੰ ਕਿੰਨੀ ਕੁ ਕਰਨੀ ਚਾਹੀਦੀ, ਕਿੱਥੇ ਸਾਨੂੰ ਜਿਹੜਾ ਹੈ ਦਖਲਅੰਦਾਜ਼ੀ ਕਰਨੀ ਚਾਹੀਦੀ, ਕਿੱਥੇ ਨਹੀਂ ਕਰਨੀ ਚਾਹੀਦੀ। ਬਹੁਤ ਮੁੱਦੇ ਤੇ ਮਤਭੇਦ ਹੈ। ਪਰ ਇੱਕ ਮੁੱਦੇ ਤੇ ਜਿਹੜੇ ਡੈਮੋਕ੍ਰੈਟਿਕਸ ਤੇ ਰਿਪਬਲਿਕ ਸਹਿਮਤ ਸੀ, ਉਹ ਭਾਰਤ ਦੇ ਰਿਸ਼ਤਿਆਂ ਨੂੰ ਲੈ ਕੇ ਸੀ। ਬਿਲਕੁਲ ਇਹ ਦੋਹਾਂ 'ਚ ਸਹਿਮਤੀ ਸੀ ਕਿ ਸਾਨੂੰ ਅੱਜ ਭਾਰਤ ਦੀ ਜ਼ਰੂਰਤ ਹੈ, ਭਾਵੇਂ ਕਿ ਸਾਨੂੰ ਵੀ ਇਹਨਾਂ ਦੀ ਹੈ ਕਿ ਅੱਜ ਸਾਨੂੰ ਭਾਰਤ ਦੀ ਜ਼ਰੂਰਤ ਹੈ। ਉਹ ਜ਼ਰੂਰਤ ਕਿਉਂ ਹੈ? ਉਹ ਜਿੱਦਾਂ ਦੇ ਸਮੀਕਰਨ ਏਸ਼ੀਆ ਦੇ ਖਿੱਤੇ 'ਚ ਬਣ ਰਹੇ ਹੈ, ਚੀਨ ਨੂੰ ਲੈ ਕੇ, ਕੋਰੀਆ ਨੂੰ ਲੈ ਕੇ, ਰੂਸ ਨੂੰ ਲੈ ਕੇ, ਜਿੱਦਾਂ ਦੇ ਸਮੀਕਰਨ ਬਣ ਰਹੇ ਹੈ, ਉਹਦੇ 'ਚ ਇਹ ਅਮਰੀਕੀ ਪ੍ਰਸ਼ਾਸਨ 'ਚ ਸਹਿਮਤੀ ਸੀ ਕਿ ਅੱਜ ਸਾਨੂੰ ਭਾਰਤ ਦੀ ਜ਼ਰੂਰਤ ਹੈ। ਭਾਰਤ ਨੂੰ ਨਾਲ ਲਏ ਬਿਨਾਂ ਇਸ ਖਿੱਤੇ 'ਚ ਅਸੀਂ ਜਿਹੜੇ ਹੈ ਚੀਨ ਨੂੰ ਟੱਕਰ ਨਹੀਂ ਸਕਦੇ। ਬਿਲਕੁਲ। ਇਸੇ ਕਰਕੇ ਅਸੀਂ ਆਪਣੇ ਪ੍ਰੋਗਰਾਮ 'ਚ ਪਿੱਛੇ ਜਿਹੇ ਜ਼ਿਕਰ ਕੀਤਾ ਸੀ, ਜਿਹੜੇ 2+2 ਵਾਰਤਾ ਹੋਈ, ਅਮਰੀਕਾ ਦੇ ਇਲੈਕਸ਼ਨ ਦੇ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਉੱਥੋਂ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਭਾਰਤ ਆਏ। ਭਾਵੇਂ ਗੱਲਬਾਤ ਪੁਰਾਣੀ ਚੱਲਦੀ ਸੀ, ਉਹਦੀ ਅਗਲੀ ਕੜੀ ਸੀ, ਪਰ ਕਈ ਵਾਰ ਜਦੋਂ ਪਤਾ ਹੁੰਦਾ ਕਿ ਅਨਪ੍ਰੈਡਿਕਟੇਬਿਲਿਟੀ ਹੁੰਦੀ ਹੈ ਕਿ ਕਿਹਨੇ ਅੱਗੇ ਆਉਣਾ ਹੈ, ਉਹ ਜਿਹੜੇ ਕੰਮ ਖੜ ਜਾਂਦੇ। ਪਰ ਹੁਣ ਇਸ ਗੱਲ ਤੇ ਸਹਿਮਤੀ ਸੀ ਕਿ ਕੋਈ ਵੀ ਆਵੇ, ਚਾਹੇ ਬਾਈਡਨ ਸਾਹਿਬ ਆਉਣ, ਚਾਹੇ ਟਰੰਪ ਸਾਹਿਬ ਆਉਣ, ਕਿ ਭਾਰਤ ਪ੍ਰਤੀ ਪਾਲਿਸੀ ਚੇਂਜ ਨਹੀਂ ਹੋਣੀ। ਇਸ ਕਰਕੇ ਜਿਹੜੇ ਆ ਉਹ ਇੱਥੇ ਆਏ ਸੀ। ਸੋ ਭਾਰਤ ਨੂੰ ਇਸ ਗੱਲੋਂ ਕਿਸੇ ਤਰ੍ਹਾਂ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਕੋਈ ਕੌਣ ਆਵੇ। ਅਮਰੀਕਾ ਦੇ ਭਾਰਤ ਜਿਹੜੇ ਦੋਸਤਾਨਾ ਸੰਬੰਧ ਪਿਛਲੇ 1 ਦਹਾਕੇ ਤੋਂ ਬਣਦੇ ਆ ਰਹੇ ਆ, ਉਹ ਕੰਟੀਨਿਊ ਰਹਿਣਗੇ ਤੇ ਸਾਨੂੰ ਵੀ ਉਹਨਾਂ ਦੀ ਜ਼ਰੂਰਤ ਹੈ।
ਤੇ ਜਿੱਥੋਂ ਤੱਕ ਚੋਣਾਂ 'ਚ ਕੌਣ ਜਿੱਤਦਾ ਹੈ ਇਹ ਤਾਂ ਅਜੇ ਕਹਿਣਾ ਦਾਵੜਾ ਸਾਹਿਬ ਬੜਾ ਔਖਾ ਹੈ, ਪੱਲੜਾ ਦੋਨਾਂ ਦੇ ਬਰਾਬਰ ਚੱਲ ਕਿਉਂਕਿ ਰਿਹਾ। ਅਮਰੀਕਾ ਦਾ ਜੋ ਚੋਣ ਪ੍ਰਕਿਰਿਆ ਕਿੱਦਾਂ ਮੁਕੰਮਲ ਹੁੰਦੀ ਹੈ ਉਹ ਬੜੀ ਕੰਪਲਿਕੇਟਡ ਹੈ। ਗਿਣਤੀ ਕਿੱਦਾਂ ਹੁੰਦੀ ਹੈ ਸਾਡੇ ਵਾਂਗ ਹੋਣੀ ਹੈ ਉੱਥੇ ਕਿ ਅਸੀਂ ਤਾਂ ਪਿਛਲੀ ਵਾਰ 60 ਕਰੋੜ ਦੇ ਕਰੀਬ 2019 ਚ ਲੋਕਾਂ ਨੇ ਵੋਟਾਂ ਪਾਈਆਂ ਸੀ ਤੇ ਸਾਡਾ ਇਲੈਕਸ਼ਨ ਕਮਿਸ਼ਨ ਹੈ ਮੇਰੇ ਖਿਆਲ 4 ਘੰਟਿਆਂ ਜਿਹੜਾ ਹੈ ਉਹ ਰੁਝਾਨ ਆਉਣ ਲੱਗ ਪੈਂਦੇ, 4 ਘੰਟਿਆਂ 'ਚ ਪਤਾ ਲੱਗ ਜਾਂਦੀ ਸਰਕਾਰ ਕਿਹਦੀ ਬਣਨੀ ਸੀ। ਅਮਰੀਕਾ 'ਚ ਤਾਂ ਇਹ ਪ੍ਰੋਸੈਸ ਜਿਹੜਾ ਹੈ ਇਹ ਲਗਭਗ ਤੁਸੀਂ ਸਮਝ ਲਓ ਵੀ 1 ਸਾਲ ਚੱਲਦਾ ਹੈ। ਜਦੋਂ ਪ੍ਰਾਇਮਰੀਜ਼ ਸ਼ੁਰੂ ਹੁੰਦੀਆਂ ਅਮਰੀਕਾ ਦੀਆਂ ਉਦੋਂ 1 ਸਾਲ ਚੱਲਦਾ ਤੇ ਹਜੇ ਵੀ ਗਿਣਤੀ ਜਿਹੜੀ ਹੈ ਉਹ ਹੋ ਗਈ ਹੈ, ਪਰ ਪੋਸਟਲ ਜਿਹੜੀ ਬੈਲਟਸ ਹੈ ਹਲੇ ਗਿਣਨੇ ਬਾਕੀ ਹੈ। ਇਸ ਵਾਰ ਕਰੋਨਾ ਕਰਕੇ ਲੋਕਾਂ ਨੇ ਪੋਸਟਲ ਬੈਲਟਸ ਦਾ ਇਸਤੇਮਾਲ ਜ਼ਿਆਦਾ ਕੀਤਾ ਹੈ। ਅਜੇ ਕਈ ਪੋਸਟਲ ਬੈਲਟਸ ਤਾਂ ਵਿਚਕਾਰ ਹੀ ਵਾਲੇ ਜਿੱਥੇ ਉਹ ਨਹੀਂ ਪਹੁੰਚਣਾ ਉੱਥੇ ਪਹੁੰਚੇ ਵੀ ਨਹੀਂ ਕਿਹਾ ਜਾ ਰਿਹਾ ਵੀ ਸ਼ੁੱਕਰਵਾਰ ਸ਼ਾਮ ਤੱਕ ਸਥਿਤੀ ਜਿਹੜੀ ਹੈ ਲਗਭਗ ਕਲੀਅਰ ਹੋ ਜਾਏਗੀ ਤੇ ਮਤਲਬ ਹਾਲਾਤ ਹਲੇ ਤਾਂ ਵਾਕਈ ਹਾਲਾਤ ਨਹੀਂ ਹੈ ਕਿਉਂਕਿ ਦੋਨਾਂ ਦੀ ਸਥਿਤੀ ਬਰਾਬਰ ਚੱਲ ਰਹੀ ਹੈ, ਕਿਉਂਕਿ ਕੰਟੈਸਟ ਬੜਾ ਕਲੋਜ਼ ਕੰਟੈਸਟ ਹੈ। ਉੱਥੇ 2-4 ਵੋਟਾਂ ਜਾਂ 2-400 ਵੋਟ ਦਾ ਫਰਕ ਵੀ ਜਿਹੜਾ ਹੈ ਬੜੇ ਮਾਇਨੇ ਰੱਖਦਾ ਕਿ ਤੁਸੀਂ ਕਿਹਨੇ ਜਿੱਤਣਾ। ਸੋ ਜਦ ਤੱਕ ਪੋਸਟਲ ਬੈਲਟਸ ਪੂਰੇ ਗਿਣੇ ਨਹੀਂ ਜਾਂਦੇ ਜਦ ਤੱਕ ਜਿਹੜਾ ਹੈ ਉਹ ਕਹਿਣਾ ਬੜਾ ਔਖਾ ਹੈ। ਪਰ ਮੈਂ ਕਹਿੰਦਾ ਕਿ ਭਾਰਤ ਤੋਂ ਬਹੁਤ ਸਿੱਖਣਾ ਚਾਹੀਦਾ ਅਮਰੀਕਾ ਨੂੰ, ਹਾਲੇ ਕਿ ਹਰ ਦੇਸ਼ ਨੂੰ ਹਰ ਤੋਂ ਸਿੱਖਣਾ ਚਾਹੀਦਾ ਕਿ ਦੇਖੋ ਇਲੈਕਸ਼ਨ ਕਮਿਸ਼ਨ ਸਾਡਾ ਇੱਕ ਸੈਂਟਰਲਾਈਜ਼ਡ ਬਾਡੀ ਹੈ ਜਿਹੜੀ ਕਿ ਇਲੈਕਸ਼ਨ ਕਰਵਾਉਂਦੀ ਹੈ। ਅਮਰੀਕਾ 'ਚ ਇੱਦਾਂ ਦੀ ਕੋਈ ਬਾਡੀ ਨਹੀਂ ਹੈ ਸੈਂਟਰਲ ਬਾਡੀ ਜਿਹੜੀ ਇਲੈਕਸ਼ਨ ਕਰਵਾਵੇ ਜੀ। ਹਰ ਸਟੇਟਸ ਦੀ ਆਪਣੀ ਲੋਕਲ ਬਾਡੀਜ਼ ਜਿਹੜੀ ਹੈ ਉਹ ਆਪਣਾ ਤਰੀਕਾ ਆਜ਼ਾਦ ਕਰਦੀ ਹੈ ਕਿ ਅਸੀਂ ਕਿਸ ਦਿਨ ਵੋਟਾਂ ਪਾਉਣੀਆਂ ਕਿੱਦਾਂ ਕਾਊਂਟ ਕਰਨੀਆਂ ਜੀ। ਵੋਟਰ ਰਜਿਸਟ੍ਰੇਸ਼ਨ ਉੱਥੇ ਨਹੀਂ ਹੁੰਦੀ, ਸਰਕਾਰ ਨਹੀਂ ਕਰਦੀ, ਉੱਥੇ ਲਗਭਗ 1/4 ਵੋਟਰ ਜਿਹੜਾ ਅਮਰੀਕਾ ਦਾ ਰਜਿਸਟਰਡ ਵੋਟਰ ਨਹੀਂ ਹੁੰਦਾ ਜੀ। ਇਲੈਕਸ਼ਨ ਕਮਿਸ਼ਨ ਦਾ ਕੋਈ ਕੋਡ ਆਫ ਕੰਡਕਟ ਨਹੀਂ ਹੈ, ਕੋਈ ਇਲੈਕਸ਼ਨ ਕੋਡ ਨਹੀਂ ਹੈ ਕਿ ਤੁਸੀਂ ਆਹ ਗੱਲਾਂ ਕਰ ਸਕਦੇ, ਆਹ ਖਰਚਾ ਕਰ ਸਕਦੇ, ਆਹ ਖਰਚਾ ਨਹੀਂ ਕਰ ਸਕਦੇ। ਉਹ ਬੜਾ ਕੰਪਲਿਕੇਟਡ ਪ੍ਰੋਸੈਸ ਹੈ। ਸੋ ਆਉਣ ਵਾਲੇ ਸਮੇਂ 'ਚ ਦੇਖੋ ਪੂਰੇ ਜਿੱਦਾਂ ਤੁਸੀਂ ਕਿਹਾ ਦੁਨੀਆ ਦੀ ਨਜ਼ਰ ਜਿਹੜੀ ਅਮਰੀਕਾ ਤੇ ਲੱਗੀ ਹੋਈ ਹੈ ਕਿਉਂਕਿ ਅਮਰੀਕਾ ਇੱਕ ਮਹਾਸ਼ਕਤੀ ਹੈ, ਇੱਕ ਆਰਥਿਕ ਤਾਕਤ ਹੈ ਤੇ ਉਹਦੇ ਲਏ ਗਏ ਫੈਸਲੇ ਕਿ ਅਮਰੀਕਾ ਦਾ ਰਾਸ਼ਟਰਪਤੀ ਕੀ ਫੈਸਲੇ ਲੈਂਦਾ ਹੈ, ਕਿੱਦਾਂ ਦੇ ਫੈਸਲੇ ਲੈਂਦਾ, ਉਹਦਾ ਪ੍ਰਭਾਵ ਦੇਸ਼ ਦੁਨੀਆ ਤੇ ਪੈਂਦਾ, ਅੰਤਰਰਾਸ਼ਟਰੀ ਸੰਸਥਾਵਾਂ ਤੇ ਪੈਂਦਾ। ਬਿਲਕੁਲ, ਕਿਉਂਕਿ ਕਰੋਨਾ ਦੀ ਵੀ ਸਭ ਤੋਂ ਭੈੜੀ ਸਥਿਤੀ ਅਗਰ ਸੀ ਤਾਂ ਉਹ ਅਮਰੀਕਾ ਦੇ ਵਿੱਚ ਕਰੋਨਾ ਦੀ ਸਥਿਤੀ ਬਹੁਤ ਭੈੜੀ ਰਹੀ ਹੈ। ਹੁਣ ਕਰਦੇ ਹਾਂ ਗੱਲ ਕਰੋਨਾ ਦੀ ਹੀ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਗਰ ਝਾਤ ਮਾਰੀਏ ਤਾਂ ਕਰੋਨਾ ਦੀ ਸਥਿਤੀ ਜਿਹੜੀ ਆ ਉਹ ਫਿਰ ਬਦਤਰ ਹੋ ਰਹੀ ਹੈ। ਜਿਸ ਤਰ੍ਹਾਂ ਸਰਦੀਆਂ ਆ ਰਹੀਆਂ ਨੇ ਕਰੋਨਾ ਦੇ ਪੇਸ਼ੈਂਟਸ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ਦੇ ਵਿੱਚ ਵੀ ਜਿਹੜੀ ਸਥਿਤੀ ਕਾਫੀ ਕਿਹਾ ਜਾਂਦਾ ਸੀ ਸੁਧਰ ਰਹੀ ਹੈ ਔਰ ਅੰਕੜਾ 40,000 30,000 ਦੇ ਰੋਜ਼ ਤੇ ਆ ਗਿਆ ਸੀਗਾ ਪੂਰੇ ਦੇਸ਼ ਦੇ ਵਿੱਚ, ਉਹ ਮੁੜ ਕੇ ਜਿਹੜਾ 50-55,000 ਤੋਂ ਉੱਪਰ ਚਲਾ ਗਿਆ ਹੈ। ਵੀ ਕਿਤੇ ਨਾ ਕਿਤੇ ਇੰਗਲੈਂਡ ਦੇ ਵਿੱਚ ਪ੍ਰੋਪਰ ਵੇ ਨਾਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਹੋਰ ਕੰਟਰੀਜ਼ ਵੀ ਤਿਆਰ ਹੋ ਰਹੀਆਂ ਨੇ ਵੀ ਜਿੱਥੇ ਲਾਕਡਾਊਨ ਲਗਾ ਦਿੱਤਾ ਜਾਵੇ। ਇਟਲੀ ਤਿਆਰੀ ਤੇ ਹੈ ਵੀ ਅਸੀਂ ਲਾਕਡਾਊਨ ਲਾ ਲੈਣਾ। ਇਹ ਸਥਿਤੀ ਜਿਹੜੀ ਹੈ ਸਰਦੀਆਂ ਕਰਕੇ ਜਿਹੜੀ ਹੈ ਵਧਣੀ ਸ਼ੁਰੂ ਹੋ ਗਈ ਹੈ। ਇਹ ਦੇਖੋ ਪਹਿਲਾਂ ਹੀ ਵਾਰਨਿੰਗ ਦਿੱਤੀ ਜਾ ਰਹੀ ਸੀ ਮੈਡੀਕਲ ਐਕਸਪਰਟਸ ਵੱਲੋਂ ਕਿ ਸੈਕੰਡ ਵੇਵ ਜਿਹੜੀ ਹੈ ਉਹ ਸ਼ੁਰੂ ਹੋ ਸਕਦੀ ਹੈ ਜੀ, ਕਿ ਜਦੋਂ ਕਿਉਂਕਿ ਜਿਹੜੇ ਦੇਸ਼ ਰਿਕਵਰ ਹੋਣ ਲੱਗ ਪਏ ਸੀ ਉਹਨਾਂ 'ਚ ਵੀ ਸੈਕੰਡ ਵੇਵ ਜਿਹੜਾ ਦੂਜਾ ਹੱਲਾ ਬਿਮਾਰੀ ਨੇ ਉਹ ਕੀਤਾ ਹੈ ਜੀ। ਇੰਗਲੈਂਡ 'ਚ ਵੀ ਕੀਤਾ ਹੈ, ਅਮਰੀਕਾ 'ਚ ਵੀ ਕੀਤਾ ਤੇ ਭਾਰਤ 'ਚ ਵੀ ਖਤਰਾ ਹੈ ਕਿ ਦੂਜਾ ਹੱਲਾ ਹੋ ਸਕਦਾ ਹੈ ਜਿਹੜਾ ਕਿ ਪਹਿਲੇ ਨਾਲੋਂ ਜ਼ਿਆਦਾ ਸਵੀਰ ਵੀ ਹੋ ਸਕਦਾ ਹੈ। ਪਹਿਲਾਂ ਸਾਡੇ ਸਾਰੇ ਜਿੰਨੇ ਵੀ ਕਰਵ ਸੀ ਉੱਪਰ ਨੂੰ ਜਾਣੇ ਵਾਲੀਆਂ ਜਾ ਰਹੀਆਂ ਸੀ, ਥੱਲੇ ਨੂੰ ਹੇਠਾਂ ਵਾਲੀਆਂ ਆ ਰਹੀਆਂ ਸੀ, ਕੰਟਰੈਕਸ਼ਨ ਰੇਟ ਘੱਟ ਹੋ ਰਿਹਾ ਸੀ, ਰਿਕਵਰੀ ਰੇਟ ਵੱਧ ਰਿਹਾ ਸੀ, ਟੈਸਟਿੰਗ ਵੱਧ ਰਹੀ ਸੀ, ਸਾਰਾ ਠੀਕ ਹੋ ਰਿਹਾ ਸੀ। ਪਰ ਹੁਣ ਕਿਤੋਂ ਅੱਜ ਦਿੱਲੀ ਤੋਂ ਵੀ ਖਬਰ ਹੈ ਅਖਬਾਰਾਂ 'ਚ ਕਿ ਦਿੱਲੀ 'ਚ ਵੀ ਕਰੋਨਾ ਦੇ ਕੇਸਾਂ 'ਚ ਵਾਧਾ ਹੋ ਰਿਹਾ। ਬਿਲਕੁਲ ਇਹ ਇੱਕ ਦਿਨ ਦਾ ਰੁਝਾਨ ਹੈ ਜਾਂ ਇਹ ਥੋੜਾ ਹੋਰ ਵਧੂਗਾ ਅਜੇ ਕਹਿਣਾ ਔਖਾ ਹੈ, ਪਰ ਫਿਰ ਵੀ ਜਿਹੜਾ ਹੈ ਉਹ ਸਾਵਧਾਨੀ ਦੀ ਜ਼ਰੂਰਤ ਜਿਹੜੀ ਹੈ ਬਣੀ ਹੋਈ ਹੈ। ਸਾਵਧਾਨੀ ਅਸੀਂ ਦੇਖੋ ਜੇ ਅਸੀਂ ਵਿਦੇਸ਼ ਦੀ ਗੱਲ ਕਰੀਏ, ਵਿਦੇਸ਼ ਲੋਕ ਸਮਝਦੇ ਆ, ਕਾਨੂੰਨ ਦੀ ਰਿਸਪੈਕਟ ਕਰਦੇ ਆ, ਲੇਕਿਨ ਸਾਡੇ ਲੋਕ ਜਿਹੜੇ ਆ ਸਭ ਤੋਂ ਵੱਡੀ ਗੱਲ ਨਾ ਤਾਂ ਕੋਈ ਮਾਸਕ ਪਾ ਰਿਹਾ, ਨਾ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਹੀ ਕੋਈ ਨਹੀਂ। ਇੰਨੇ ਤਿਉਹਾਰ ਆਏ ਹੈ ਦੁਸਹਿਰੇ ਤੋਂ ਲੈ ਕੇ ਹੁਣ ਤੱਕ ਵੀ ਉਹਦੇ ਵਿੱਚ ਕਿਤੇ ਸੋਸ਼ਲ ਡਿਸਟੈਂਸਿੰਗ ਨਹੀਂ ਦੇਖੀ ਗਈ। ਇਸੇ ਤਰ੍ਹਾਂ ਹੋਰ ਵੀ ਚੀਜ਼ਾਂ ਨੂੰ ਅਸੀਂ ਅਣਦੇਖਾ ਕਰਦੇ ਹਾਂ। ਸਰਕਾਰ ਤਾਂ ਕਹਿ ਦਿੰਦੀ ਅਸੀਂ ਕਾਨੂੰਨ ਬਣਾਤਾ ਮਾਸਕ ਪਾਉਣਾ ਜ਼ਰੂਰੀ ਹੈ, ਲੇਕਿਨ ਉਸੇ ਸਰਕਾਰ ਦੇ ਮੰਤਰੀ ਜਿਹੜੇ ਬਿਨਾਂ ਮਾਸਕ ਘੁੰਮ ਰਹੇ ਹੁੰਦੇ ਆ। ਇਹੋ ਜਿਹੀਆਂ ਚੀਜ਼ਾਂ ਬਹੁਤ ਹੈ, ਤਾਂ ਕਰਕੇ ਇਹ ਕਿਤੇ ਮੰਨਣਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਫੋਰਸਲੀ ਲਾਗੂ ਨਹੀਂ ਕਰਨਾ ਚਾਹੀਦਾ। ਦੇਖੋ ਭਾਰਤ ਦੀਆਂ ਤੇ ਬਾਕੀ ਦੇਸ਼ਾਂ ਦੀਆਂ ਸਥਿਤੀਆਂ 'ਚ ਵਖਰੇਵਾਂ ਬਹੁਤ ਹੈ। ਇੱਥੇ ਜਨਸੰਖਿਆ ਦੀ ਇੱਕ ਤਾਂ ਘਣਤਾ ਬਹੁਤ ਹੈ ਬਿਲਕੁਲ, ਤੇ ਸਾਡਾ ਰਹਿਣਾ ਸਹਿਣਾ ਆਚਾਰ ਵਿਵਹਾਰ ਇਦਾਂ ਦਾ ਕਿ ਸਾਡੇ ਸਮਾਜਿਕ ਫੰਕਸ਼ਨ ਜਿਹੜੇ ਜਦ ਤਾਈਂ 50-100 ਬੰਦਾ ਆਵੇ ਨਾ ਸਾਨੂੰ ਵੀ ਜਿਹੜਾ ਤਸੱਲੀ ਮਜ਼ਾ ਨਹੀਂ ਆਉਂਦਾ। ਬਿਲਕੁਲ ਵਿਆਹ ਸ਼ਾਦੀਆਂ ਜੀ ਜੰਮਣੇ ਮਰਨੇ ਉਹਨਾਂ ਤੇ ਲੋਕਾਂ ਦਾ ਇਕੱਠ ਜਿਹੜਾ ਜਦ ਤਾਈਂ ਅਸੀਂ ਕਰੀਏ ਨਾ ਇੱਕ ਬਣ ਗਿਆ ਹੈ, ਕਈ ਵਾਰ ਸਟੇਟਸ ਸਿੰਬਲ ਵੀ ਬਣ ਗਿਆ ਕਿ ਲੋਕ ਐਕਚੁਅਲੀ ਸ਼ੋਅ ਆਫ ਬਣ ਗਿਆ, ਸਟੇਟਸ ਸਿੰਬਲ ਬਣ ਗਿਆ। ਬਿਲਕੁਲ ਹਾਂ ਬਿਲਕੁਲ। ਸੋ ਇਹ ਸਾਡਾ ਚੇਂਜ ਕਰੋਨਾ ਨੇ ਕੀਤਾ ਹੈ ਥੋੜਾ ਜਿਹਾ, ਪਰ ਫਿਰ ਵੀ ਜਿਹੜੀਆਂ ਕਹਿੰਦੇ ਹੁੰਦੇ ਕਿ ਵਾਰਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ।
ਸੋ ਉਹ ਆਦਤਾਂ ਹੌਲੀ ਹੌਲੀ ਜਾਂਦੀਆਂ, ਪਰ ਸਾਨੂੰ ਫਿਰ ਵੀ ਸਾਵਧਾਨੀ ਰੱਖਣੀ ਤਾਂ ਬਹੁਤ ਜ਼ਰੂਰੀ ਹੈ। ਸਾਵਧਾਨੀਆਂ ਗੱਲ ਲੈ ਚੱਲਦੇ ਹਾਂ ਆਪਣੇ ਦਰਸ਼ਕਾਂ ਨੂੰ ਸਿੱਧੇ ਇੰਗਲੈਂਡ ਦੇ ਵਿੱਚ ਸਾਡੇ ਜਿਹੜੇ ਸਹਿਯੋਗੀ ਨੇ ਰਜਿੰਦਰ ਸਿੰਘ ਜੁੜੇ ਨੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉੱਥੋਂ ਦੀ ਕਰੋਨਾ ਸਥਿਤੀ ਬਾਰੇ ਜਾਣ। ਅਗਰ ਆਪਾਂ ਗੱਲ ਕਰੀਏ ਕਰੋਨਾ ਦੀ, ਜਿਹੜੀ ਕਿ ਸੈਕੰਡ ਵੇਵ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਸੀਗਾ ਇੰਗਲੈਂਡ ਦੇ ਵਿੱਚ ਦੁਬਾਰਾ ਤੋਂ ਸਟਾਰਟ ਹੋ ਚੁੱਕੀ ਸੀ, ਤੇ ਉਸ ਦੇ ਮੱਦੇਨਜ਼ਰ ਦੇਖਦੇ ਹੋਏ ਕੁਝ ਏਰੀਆ ਦੇ ਵਿੱਚ ਕਰੋਨਾ ਦੀ ਸਿਚੁਏਸ਼ਨ ਬਹੁਤ ਹੀ ਲੋ ਹੈ। ਕੁਝ ਏਰੀਆ ਦੇ ਵਿੱਚ ਅਗਰ ਆਪਾਂ ਅਪ ਨਾਰਥ ਇੰਗਲੈਂਡ ਦੀ ਗੱਲ ਕਰੀਏ, ਉਸ ਤਰਫ ਕਰੋਨਾ ਦੇ ਕੇਸਿਸ ਬਹੁਤ ਜ਼ਿਆਦਾ ਹੋ ਰਹੇ ਸੀਗੇ। ਉਹਦਾ ਰੀਜ਼ਨ ਇਹ ਸੀ ਕਿ ਲੋਕਾਂ ਨੂੰ ਇੰਨੇ ਦੇਰ ਦੀ ਬੰਦਿਸ਼ ਤੋਂ ਬਾਅਦ ਜਿਹੜਾ ਟਾਈਮ ਮਿਲਿਆ ਸੀਗਾ ਬਾਹਰ ਜਾਣ ਦਾ, ਪੱਬ ਕਲੱਬ ਪਾਰਟੀਆਂ ਕਰਨ ਦਾ ਉਹਨਾਂ ਨੂੰ ਟਾਈਮ ਮਿਲ ਗਿਆ, ਤੇ ਉਹਦੇ ਵਿੱਚ ਉਹ ਸਾਰੇ ਲੋਕ ਪਹਿਲੀ ਚੀਜ਼ ਨੂੰ ਭੁੱਲ ਗਏ ਕਿ COVID-19 ਫਿਨਿਸ਼ ਹੋ ਚੁੱਕਿਆ ਹੈ। ਬਟ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਸੀ, ਤੇ ਗਵਰਨਮੈਂਟ ਨੇ ਫਿਰ ਦੇਖਿਆ ਕਿ ਰੈਦਰ ਦੈਨ ਇੱਕ ਏਰੀਆ ਨੂੰ ਆਪਾਂ ਲੋਕਡਾਊਨ ਕਰੀਏ ਕਿ ਉਸ ਏਰੀਆ ਦੇ ਲੋਕ ਫਿਰ ਲੰਡਨ ਦੀ ਤਰਫ ਮੂਵ ਹੋ ਜਾਣਗੇ, ਕਿਉਂਕਿ ਲੰਡਨ ਦੇ ਵਿੱਚ ਕੋਵਿਡ ਦੀ ਜਿਹੜੀ ਸਮੱਸਿਆ ਹੈ ਬਹੁਤ ਲੋ ਹੋ ਗਈ ਸੀਗੀ, ਲਾਈਕ ਆਲਮੋਸਟ ਕਵਰ ਅਪ ਸੀਗਾ, ਬਟ ਦੁਬਾਰਾ ਹੋ ਸਕਦੀ ਸੀ। ਇਹਦੇ ਮੱਦੇਨਜ਼ਰ ਇੱਕ ਕ੍ਰਿਸਮਸ ਦਾ ਪੀਰੀਅਡ ਆ ਰਿਹਾ ਹੈ ਜੋ ਕਿ ਬਹੁਤ ਹੀ ਫੇਮਸ ਹੈ ਸਾਰੀ ਦੁਨੀਆ ਦੇ ਵਿੱਚ, ਇਹਨਾਂ ਦਾ ਸਪੈਸ਼ਲੀ ਗੋਰੇ ਲੋਕਾਂ ਦਾ, ਤੇ ਉਹਨੂੰ ਦੇਖਦੇ ਹੋਏ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਕ੍ਰਿਸਮਸ ਤੋਂ ਪਹਿਲਾਂ 1 ਮੰਥ ਦੇ ਲਈ ਪੂਰੇ ਯੂਕੇ ਨੂੰ ਹੀ ਲੋਕਡਾਊਨ ਕਰ ਦਿਓ, ਤਾਂ ਕਿ ਜਦੋਂ 1 ਮੰਥ ਦੇ ਬਾਅਦ ਇਹਦਾ ਜਿਹੜਾ ਸਰਕੂਲੇਸ਼ਨ ਦਾ ਪੀਰੀਅਡ ਆ, ਜਿਹੜੀ ਇਹਦੀ ਰੇਸ਼ੋ ਹੈ, ਉਹ ਰੇਸ਼ੋ ਦੀ ਜਿਹੜੀ ਇਹਦੀ ਚੇਨ ਹੈ ਉਸ ਚੀਜ਼ ਨੂੰ ਬ੍ਰੇਕਅਪ ਕਰਨ ਦੇ ਲਈ ਇਹਨਾਂ ਨੇ ਕੀਤਾ ਹੈ, ਤਾਂ ਕਿ ਕ੍ਰਿਸਮਸ ਤੋਂ ਪਹਿਲਾਂ ਇਹਨਾਂ ਨੂੰ 2 ਹਫ਼ਤੇ ਮਿਲ ਜਾਣਗੇ, ਐਂਡ ਦੈਨ ਐਟਲੀਸਟ ਕੁਝ ਹੱਦ ਤੱਕ ਇਹ ਕਵਰ ਅਪ ਹੋ ਜਾਏਗਾ। ਇੱਕ ਗੱਲ ਹੋਰ ਰਜਿੰਦਰ ਜੀ ਆ ਰਹੀ ਹੈ ਵੀ ਕਿਹਾ ਜਾ ਰਿਹਾ ਵੀ ਜਿਵੇਂ ਬੇਸ਼ੱਕ ਟੋਟਲ ਲਾਕਡਾਊਨ ਹੋਇਆ, ਲੇਕਿਨ ਸਕੂਲ ਕਾਲਜਿਸ ਤੇ ਆਮ ਚੀਜ਼ਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ, ਤੁਸੀਂ ਲੋਕ ਉੱਥੇ ਜਾ ਸਕਦੇ ਹੋ, ਬੱਚੇ ਸਕੂਲ ਕਾਲਜ ਜਾ ਸਕਦੇ ਹੋ। ਜੀ ਬਿਲਕੁਲ, ਇਹ ਲਾਕਡਾਊਨ ਦੇ ਵਿੱਚ ਗਵਰਨਮੈਂਟ ਨੇ ਇਹ ਚੀਜ਼ ਦੇਖੀ ਹੈ ਕਿ ਅਗਰ ਸਕੂਲ ਬੰਦ ਕਰ ਦਿੱਤੇ ਜਾਂਦੇ ਨੇ ਤੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹਦੇ ਤੇ ਬਹੁਤ ਇਫੈਕਟ ਪੈਣਾ ਹੈ ਅਨਕਮਿੰਗ ਈਅਰ ਦੇ ਵਿੱਚ। ਸੋ ਸਕੂਲ ਐਂਡ ਕਾਲਜ ਐਂਡ ਯੂਨੀਵਰਸਿਟੀ ਬਿਲਕੁਲ ਓਪਨ ਨੇ, ਆਨਲਾਈਨ ਕਲਾਸਿਸ ਚੱਲ ਰਹੀਆਂ ਨੇ, ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ। ਕੁਝ ਯੂਨੀਵਰਸਿਟੀਆਂ ਨੇ ਜਿੱਥੇ ਕੋਵਿਡ ਦੇ ਕੇਸਿਸ ਬਹੁਤ ਹੀ ਲੋ ਸੀਗੇ, ਉਹ ਔਨ ਕੈਂਪਸ ਕਰ ਰਹੇ ਸੀ, ਬਟ ਟੂਡੇ ਔਨਵਰਡਸ ਅੰਟਿਲ 2 of December ਹਰ ਇੱਕ ਸਟੂਡੈਂਟਸ ਨੇ ਆਨਲਾਈਨ ਕਲਾਸ ਲਗਾਉਣੀ ਹੋਏਗੀ। ਸੋ ਯੂਨੀਵਰਸਿਟੀ ਕਾਲਜ ਸਕੂਲ ਫੁੱਲੀ ਓਪਨ ਨੇ, ਐਂਡ ਕੁਝ ਗਰੋਸਰੀ ਐਂਡ ਮੈਡੀਕਲ ਸਟੋਰਸ ਓਪਨ ਨੇ, ਬਾਕੀ ਰੈਸਟ ਆਫ ਦਾ ਯੂਕੇ ਟੂਡੇ ਅੱਜ ਤੋਂ ਬੰਦ ਕਰ ਦਿੱਤਾ ਗਿਆ ਵਾ 1 ਮਹੀਨੇ ਦੇ ਲਈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਸਾਡੇ ਦਰਸ਼ਕਾਂ ਨੂੰ ਕਰੋਨਾ ਦੀ ਸਥਿਤੀ ਬਾਰੇ ਸਾਰਾ ਕੁਝ ਦੱਸਿਆ। ਰਜਿੰਦਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਹੁਣ ਗੱਲ ਕਰੀਏ ਕਰੋਨਾ ਦੀ ਸਥਿਤੀ ਤੋਂ ਅੱਗੇ ਜਾ ਕੇ, ਪੱਤਰਕਾਰ, ਰਿਪੋਰਟਰ, ਐਡੀਟਰ, MD ਸਭ ਕੁਝ ਹੀ ਸਮਝਿਆ ਜਾਵੇ ਇੱਕ ਚੈਨਲ ਦੇ ਅਰਨਵ ਗੋਸਵਾਮੀ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ। ਹਾਂ, ਵੈਸੇ ਤਾਂ ਪੱਤਰਕਾਰ ਹੈ, ਹਰੇਕ ਮਤਲਬ ਰਿਪੋਰਟ ਦੇ ਵਿੱਚ ਟੰਗ ਅੜਾਉਣਾ ਪੱਤਰਕਾਰ ਦਾ ਕੰਮ ਹੁੰਦਾ ਹੈ, ਲੇਕਿਨ ਆਪਣੀਆਂ ਟੰਗਾਂ ਦੇ ਕਰਕੇ ਉਹ ਕਾਫੀ ਮਤਲਬ ਮਸ਼ਹੂਰ ਕਹਿ ਸਕਦੇ ਹੋ ਗਏ ਸੀਗੇ। ਔਰ ਜਦੋਂ ਦੀ ਸਰਕਾਰ ਸ਼ਿਵ ਸੈਨਾ ਕਾਂਗਰਸ ਦੀ ਬਣੀ ਹੈ ਮਹਾਰਾਸ਼ਟਰ 'ਚ, ਉਦੋਂ ਦੇ ਉਹ ਜ਼ਿਆਦਾ ਮਤਲਬ ਮਸ਼ਹੂਰ ਹੋ ਗਏ ਸੀ, ਜ਼ਿਆਦਾ ਉਹ ਐਕਟਿਵ ਹੋ ਗਏ ਸੀਗੇ। ਹਰੇਕ ਬੰਦੇ ਨੂੰ ਉਹ ਤੂੰ ਤੜਕ ਕਰਕੇ ਬੋਲਦੇ ਸੀਗੇ। ਅਸੀਂ ਟੀਵੀ ਚੈਨਲ ਦੇ ਉਹਨਾਂ ਦੇ ਦੇਖਦੇ ਸੀ ਵੀ ਉਹ ਕਿਸ ਤਰ੍ਹਾਂ ਦੇ ਸੀਗਾ, ਲਹਿਜਾ ਸੀ। ਲੇਕਿਨ ਕੱਲ ਕਿਹਾ ਜਾ ਰਿਹਾ ਵੀ ਆਖਰ ਉਹ ਸਰਕਾਰ ਦੇ ਸ਼ਿਕੰਜੇ 'ਚ ਆ ਗਏ। ਹਾਲਾਂਕਿ ਕੇਸ 2 ਸਾਲ ਪੁਰਾਣਾ ਹੈ, ਜਦੋਂ ਇੱਕ ਆਰਕੀਟੈਕਟ ਨੇ ਤੇ ਉਹਦੀ ਮਾਂ ਨੇ ਜਿਹੜੀ ਆ ਸੁਸਾਈਡ ਕਰ ਲਿਆ ਸੀਗਾ, ਤੇ ਉਹਦਾ ਪ੍ਰੈਸ਼ਰ ਇਹ ਪਿਆ ਜਾਂਦਾ ਵੀ ਇਹ ਜਿਹੜਾ ਹੈ ਪ੍ਰੈਸ਼ਰ ਉਹਨਾਂ ਨੂੰ ਸੁਸਾਈਡ ਕਰਨ ਦਾ, ਉਹ ਅਰਨਵ ਗੋਸਵਾਮੀ ਨੇ ਪਾਇਆ ਸੀ। ਪੈਸੇ ਨਹੀਂ ਸੀ ਦਿੱਤੇ, ਉਹਨਾਂ ਦੇ ਪੇਮੈਂਟ ਹੀ ਨਹੀਂ ਸੀ ਦਿੱਤੀ। ਇਹੋ ਜਿਹੇ ਮਸਲੇ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਕਿਸ ਤਰ੍ਹਾਂ ਦੇਖੋਗੇ? ਦਾਵੜਾ ਸਾਹਿਬ, ਅਰਨਵ ਗੋਸਵਾਮੀ ਜਿੱਦਾਂ ਦੀ ਪੱਤਰਕਾਰੀ ਕਰਦਾ ਹੈ, ਉਹਦਾ ਇੱਕ ਅਲੱਗ ਬ੍ਰਾਂਡ ਹੈ ਜੀ, ਉਹਦਾ ਇੱਕ ਆਪਣਾ ਤਰੀਕਾ ਹੈ ਜੀ। ਅਸੀਂ ਅਸਹਿਮਤ ਹੋ ਸਕਦੇ ਉਹਦੇ ਨਾਲ, ਪਰ ਉਹਦੀ ਇੱਕ ਬਹੁਤ ਵੱਡੀ ਫੋਲੋਇੰਗ ਹੈਗੀ ਜਿਹੜੇ ਅਰਨਵ ਗੋਸਵਾਮੀ ਨੂੰ ਦੇਖਣਾ ਪਸੰਦ ਕਰਦੇ। ਬਿਲਕੁਲ। ਪੱਤਰਕਾਰ ਭਾਈਚਾਰਾ ਵੀ ਹੈਗਾ ਜਿਹੜਾ ਇਹ ਕਹਿੰਦਾ ਕਿ ਅਰਨਵ ਗੋਸਵਾਮੀ ਨੂੰ ਅਸੀਂ ਪੱਤਰਕਾਰ ਮੰਨਣ ਲਈ ਦੀ ਤਿਆਰ ਨਹੀਂ, ਅਸੀਂ ਉਹਨੂੰ ਪ੍ਰੋਪੇਗੈਂਡਿਸਟ ਮੰਨਦੇ। ਨਹੀਂ, ਪੱਤਰਕਾਰੀ ਦੇਖੋ, ਜਿਹਨੇ ਜਰਨਲਿਜ਼ਮ ਕੀਤੀ ਹੈ ਉਹਨੂੰ ਪਤਾ ਹੈ ਪੱਤਰਕਾਰੀ ਕੀ ਹੈ, ਲੇਕਿਨ ਉਹ ਜੋ ਕਰਦਾ ਉਹ ਜਰਨਲਿਜ਼ਮ 'ਚ ਕਿਤੇ ਨਹੀਂ ਕਰਾਇਆ ਜਾਂਦਾ। ਵੀ ਉਹ ਜਰਨਲਿਜ਼ਮ, ਅਗਰ ਕੋਈ ਵੀ ਹੈ, ਅਗਰ ਤੁਸੀਂ ਪਾਇਲਟ ਬਣੇ ਹੋ, ਤੁਸੀਂ ਜਹਾਜ਼ ਚਲਾ ਰਹੇ ਹੋ, ਤਾਂ ਤੁਸੀਂ ਜਹਾਜ਼ ਚਲਾਉਣਾ ਤੁਹਾਨੂੰ ਪਤਾ ਹੈ, ਤੁਹਾਨੂੰ ਸਿਖਾਇਆ ਗਿਆ, ਪੜ੍ਹਾਇਆ ਗਿਆ ਵੀ ਜਹਾਜ਼ ਕਿਵੇਂ ਚਲਾਉਣਾ। ਅਗਰ ਤੁਸੀਂ ਜਹਾਜ਼ ਨੂੰ ਟਰੈਕਟਰ ਵਾਂਗ ਚਲਾਓਗੇ ਤਾਂ ਫਿਰ ਟਰੈਕਟਰ ਦਾ ਜਹਾਜ਼ ਤਾਂ ਚੱਲੇਗਾ। ਪੱਤਰਕਾਰੀ ਦਾ ਇੱਕ ਕ੍ਰਾਈਟੇਰੀਆ ਨਿਰਪੱਖਤਾ ਹੁੰਦੀ ਸੀ ਜੀ। ਅਰਨਵ ਤੇ ਉਹਦੇ ਵਰਗੇ ਹੋਰ ਬੰਦਿਆਂ ਨੇ ਉਸ ਜਿਹੜੀ ਪੱਤਰਕਾਰੀ ਦੇ ਤਰੀਕੇ ਨੂੰ ਬਦਲਿਆ ਹੈ। ਉਹ ਇੱਕ ਪੱਖ ਲੈ ਕੇ ਪੱਤਰਕਾਰੀ ਕਰਦੇ ਆ ਬਿਲਕੁਲ ਕਿ ਆਹ ਸਾਡਾ ਪੱਖ ਹੈ, ਅਸੀਂ ਇਸ ਪੱਖ ਦੇ ਹੱਕ 'ਚ ਜਾਂ ਵਿਰੋਧ 'ਚ। ਉਹ ਡਿਬੇਟ 'ਚ ਪਹਿਲਾਂ ਆਪਣੀ ਦੱਸ ਦਿੰਦਾ ਕਿ ਮੈਂ ਇਸ
ਮੁੱਦੇ ਦੇ ਹੱਕ 'ਚ ਹੈ ਤੇ ਮੈਂ ਇਹਦੇ ਹੱਕ 'ਚ ਡਿਬੇਟ ਕਰਾਂਗਾ। ਜੀ ਉਹ ਇੱਕ ਅਸੀਂ ਜਿੱਦਾਂ ਐਂਕਰ ਹੁੰਦਾ ਹੈ ਕਿ ਹਰ ਦੀ ਵਿਊ ਪੁਆਇੰਟ ਲੈਂਦਾ, ਉਹ ਵਿਊ ਪੁਆਇੰਟ ਨਹੀਂ, ਇੱਕ ਧਿਰ ਬਣ ਕੇ ਕੰਮ ਧਿਰ ਕਰਦਾ। ਬਣ ਕੇ ਕੰਮ ਕਰ, ਬਿਲਕੁਲ। ਤੇ ਉਹਦੀ ਪੱਤਰਕਾਰੀ ਨਾਲ ਬਹੁਤ ਬੰਦੇ ਅਸਹਿਮਤ ਹੈ। ਰਵੀਸ਼ ਕੁਮਾਰ ਹੈ, ਉਹਦੀ ਪੱਤਰਕਾਰੀ ਨਾਲ ਬਹੁਤ ਬੰਦੇ ਅਸਹਿਮਤ ਹੈ, ਬਹੁਤ ਬੰਦੇ ਸਹਿਮਤ ਹੈ। ਜੀ ਪਰ ਅਰਨਬ ਗੋਸਵਾਮੀ ਨੇ ਜੋ ਇਸ ਮੁਕੱਦਮੇ 'ਚ ਉਹਦੇ ਨਾਲ ਹੋਈ ਹੈ, ਕਈ ਨੂੰ ਫਰੀडम ਆਫ ਸਪੀਚ ਤੇ ਵੀ ਕਿਹਾ ਜਾ ਰਿਹਾ ਕਿ ਹੱਲਾ ਹੈ। ਸਾਡਾ ਗ੍ਰਹਿ ਮੰਤਰੀ ਵੀ ਟਵੀਟ ਕਰਦਾ ਤੇ ਬਿਆਨ ਦਿੰਦਾ ਹੈ, ਬਿਲਕੁਲ। ਕਾਨੂੰਨ ਮੰਤਰੀ ਵੀ ਟਵੀਟ ਕਰਦਾ ਹੈ, ਬਿਆਨ ਦਿੰਦਾ ਹੈ, ਨਿਰਮਲਾ ਸੀਤਾਰਮਨ ਵੀ ਟਵੀਟ ਕਰਦੀ ਹੈ, ਬੀਜੇਪੀ ਦੀ ਸਾਰੀ ਫੌਜ। ਨਹੀਂ, ਉਹ ਕਰੇਗੀ ਕਿਉਂਕਿ ਅਰਨਬ ਗੋਸਵਾਮੀ ਦੇ ਪਿਤਾ ਬੀਜੇਪੀ ਦੇ ਅਸਾਮ ਤੋਂ ਮੈਂਬਰ ਪਾਰਲੀਮੈਂਟ ਰਹੇ ਹੈ। ਜਿੱਦਾਂ ਦੀ ਪੱਤਰਕਾਰੀ ਵੀ ਉਹ ਮਤਲਬ ਕਰਦੇ ਆ, ਉਹਨਾਂ ਨੂੰ ਲਾਇਸੈਂਸ ਉਹਨੇ ਦਿੱਤਾ ਹੈ ਬੀਜੇਪੀ ਨੇ ਚੈਨਲ ਖੋਲਣ ਦੇ ਲਈ। ਜਿੱਦਾਂ ਦੀ ਪੱਤਰਕਾਰੀ ਅਰਨਬ ਗੋਸਵਾਮੀ ਕਰਦਾ ਹੈ, ਉਹ ਖੁੱਲ੍ਹਮ ਖੁੱਲ੍ਹਾ ਭਾਰਤੀ ਜਨਤਾ ਪਾਰਟੀ ਦੇ ਹੱਕ ਦੀ ਚ, ਤੇ ਬਿਲਕੁਲ। ਉਹਦੇ ਮੁੱਦਿਆਂ ਦੀ ਹੱਕ ਦੀ ਪੱਤਰਕਾਰੀ ਕਰਦਾ, ਤੇ ਸੁਭਾਵਕ ਸੀ ਕਿ ਉਹਨਾਂ ਨੇ ਉਹਦੇ ਹੱਕ 'ਚ ਬੋਲਣਾ ਸੀ। ਪਰ ਇਹ ਫਰੀडम ਆਫ ਸਪੀਚ ਤੇ ਹੱਲਾ ਤਦ ਹੁੰਦਾ ਜੇ ਅਰਨਬ ਗੋਸਵਾਮੀ ਤੇ ਕਾਰਵਾਈ ਤਦ ਹੁੰਦੀ ਜੇ ਉਹਨਾਂ ਦੀ ਕੋਈ ਪੱਤਰਕਾਰੀ ਦੇ ਉਹਨਾਂ ਦੇ ਕਿੱਤੇ ਕਰਕੇ ਜਾਂ ਉਹਨਾਂ ਦੀ ਕਿਸੇ ਰਿਪੋਰਟ ਕਰਕੇ ਉਹਨਾਂ ਤੇ ਐਕਸ਼ਨ ਹੁੰਦਾ। ਇਹ ਐਕਸ਼ਨ ਇੱਕ ਹੋਇਆ ਹੈ ਕਿ ਉਹਨਾਂ ਨੇ ਕਿਸੇ ਤੋਂ ਕੰਮ ਕਰਵਾਇਆ ਸੀ, ਉਹ ਪੈਸੇ ਨਹੀਂ ਦਿੱਤੇ, ਉਸ ਬੰਦੇ ਨੇ 2018 ਚ ਆਤਮ ਹੱਤਿਆ ਕਰ ਲਈ ਤੇ ਉਹਦੀ ਮਾਂ ਨੇ ਆਤਮ ਹੱਤਿਆ ਕਰ ਲਈ। ਬਿਲਕੁਲ। ਪਰਿਵਾਰ ਨੇ ਕੇਸ ਦਿੱਤਾ ਪੁਲਿਸ ਕੋਲ। ਪੁਲਿਸ 'ਚ ਜਿਹੜੀ ਸਰਕਾਰ ਸੀ ਉਹ ਦਵਿੰਦਰ ਫੜਨਵੀਸ ਦੀ ਵੀ ਸੀ, ਭਾਰਤੀ ਜਨਤਾ ਪਾਰਟੀ ਦੀ ਸੀ। ਬਿਲਕੁਲ। ਇਨਵੈਸਟੀਗੇਸ਼ਨ ਕੀਤੀ, ਕੋਰਟ ਨੂੰ ਕਹਿ ਦਿੱਤਾ ਕਿ ਇਹਦੇ 'ਚ ਕੁਝ ਨਹੀਂ ਹੈ, ਬੰਦ ਕਰ ਦਿੱਤਾ ਜਾਵੇ ਜੀ। ਹਾਲਾਤ ਬਦਲੇ, ਸਰਕਾਰ ਦੂਜੀ ਆ ਗਈ। ਹਾਲਾਤ ਦੇ ਨਾਲ ਸਰਕਾਰ ਬਦਲ ਗਈ। ਹਾਲਾਤ ਦੇ ਨਾਲ ਸਰਕਾਰ ਬਦਲ ਗਈ, ਸਰਕਾਰ ਦੇ ਨਾਲ ਪੁਲਿਸ ਵੀ ਬਦਲ ਗਈ ਤੇ ਪੁਲਿਸ ਨੇ ਦੁਬਾਰਾ ਕੇਸ ਰੀਓਪਨ ਕਰਨ ਦੀ ਕੋਰਟ ਤੋਂ ਇਜਾਜ਼ਤ ਮੰਗੀ ਤੇ ਉਹਦੇ 'ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਬਿਲਕੁਲ। ਤੇ ਇਹ ਅਰਨਬ ਗੋਸਵਾਮੀ ਤੇ ਜੋ ਮੁਕੱਦਮਾ ਹੋਇਆ, ਮੈਂ ਕਹਿੰਦਾ ਭਾਰਤ 'ਚ ਤੁਸੀਂ ਯੂਪੀ ਦੇਖ ਲਓ ਜੀ। ਯੂਪੀ 'ਚ ਜੇ ਤੁਸੀਂ ਮਿਡ ਡੇ ਮੀਲ ਦੀ ਖਬਰ ਲਾਉਂਦੇ ਹੋ ਜੀ, ਤੁਸੀਂ ਡਾਕਟਰ ਕਫੀਲ ਖਾਨ ਨੂੰ ਦੇਖ ਲਿਆ, ਜੇ ਕੋਈ ਉੱਦਾਂ ਦੀ ਖਬਰ ਲਾਉਂਦਾ ਹੈ, ਇਹ ਸਰਕਾਰ ਦੇ ਵਿਰੁੱਧ ਕੋਈ ਲਿਖਦਾ, ਕਾਨੂੰਨੀ ਤੌਰ ਤੇ ਉਹਦੇ ਤੇ ਸੈਡੀਸ਼ਨ ਦਾ ਕੇਸ, ਬਿਲਕੁਲ ਉਹਦੇ ਤੇ ਜਿਹੜਾ ਹੈ ਅਫੀਸ਼ੀਅਲ ਸੀਕ੍ਰੇਟਸ ਐਕਟ ਦੇ ਤਹਿਤ ਕੇਸ, ਇਹ ਯੂਪੀ 'ਚ ਅਸੀਂ ਦੇਖ ਲਿਆ। ਬਿਲਕੁਲ। ਤੇ ਅਰਨਬ ਗੋਸਵਾਮੀ ਦੇ ਨਾਲ ਮੈਂ ਕਹਿੰਦਾ ਜੋ ਹੋਇਆ ਉਹ ਉਹਦੀ ਪੱਤਰਕਾਰੀ ਦਾ ਅੰਜਾਮ ਹੋਣਾ ਹੀ ਸੀ ਇੱਕ ਨਾ ਇੱਕ ਦਿਨ, ਕਿਉਂਕਿ ਜੋ ਪਿਛਲੇ ਦਿਨਾਂ ਦੇ ਹਾਲਾਤ ਚੱਲਦੇ ਸੀ, ਜਿੱਦਾਂ ਕੇਂਦਰ ਸਰਕਾਰ ਤੇ ਮਹਾਰਾਸ਼ਟਰ ਸਰਕਾਰ 'ਚ ਤਣਾਤਣੀ ਚੱਲੀ ਹੋਈ ਸੀ, ਉਹਦੇ 'ਚ ਜਾ ਕੇ ਉਹਨੇ ਪਿਸਣਾ ਹੀ ਸੀ। ਪਰ ਇਹ ਹਾਲਾਤ ਹਰੇਕ ਜਗ੍ਹਾ ਦਾਵੜਾ ਸਾਹਿਬ ਹੀ ਕਿ ਪੁਲਿਸ ਜਿਹੜੀ ਲਾਠੀ ਹੈ, ਪੁਲਿਸ ਉਹਦੀ ਹੈ। ਬਿਲਕੁਲ। ਪੁਲਿਸ ਉਹ ਕਰਦੀ ਹੈ ਜੋ ਉਹਨਾਂ ਦੇ ਆਕਾ ਕਹਿੰਦੇ ਜੀ। ਸੋ ਇਹ ਦੇਖੋ ਹੁਣ ਆਉਣ ਵਾਲੇ ਸਮੇਂ 'ਚ ਕੀ ਹੁੰਦਾ। ਪਰ ਇੱਕ ਚੀਜ਼ ਤਾਂ ਹੈ ਵੀ ਪੱਤਰਕਾਰੀ ਤੇ ਹਮਲਾ ਨਹੀਂ ਕਿਹਾ ਜਾ ਸਕਦਾ, ਇਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈ ਮਾਮਲਾ ਉਹਦੇ ਉੱਤੇ ਹੈ ਵੀ ਠੀਕ ਹੈ, ਕੇਸ ਦੁਬਾਰਾ ਖੁੱਲਿਆ, ਕੇਸ ਕੋਰਟ ਖੋਲਦੀ ਹੈ, ਕੋਈ ਦੁਨੀਆ 'ਚ ਪਹਿਲਾ ਕੇਸ ਨਹੀਂ ਹੈ ਭਾਰਤ ਦੇ ਵਿੱਚ ਜਿਹੜਾ ਖੁੱਲਿਆ ਗਿਆ। ਪੱਤਰਕਾਰ ਵੀ ਦੇਸ਼ ਦੀ ਕਾਨੂੰਨ ਵਿਵਸਥਾ ਦਾ ਹਿੱਸਾ ਹੈ। ਜੇ ਉਹ ਕੋਈ ਗਲਤ ਕੰਮ ਕਰਦੇ ਆ ਤਾਂ ਕਾਨੂੰਨ ਨੇ, ਜਿੱਦਾਂ ਪੋਲੀਟੀਕਲ ਲੀਡਰ ਕਹਿੰਦੇ ਹੁੰਦੇ ਕਿ ਕਾਨੂੰਨ ਆਪਣਾ ਕੰਮ ਕਰੂਗਾ, ਤੇ ਕਾਨੂੰਨ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ। ਤੁਸੀਂ ਪੱਤਰਕਾਰੀ ਦੇ ਤੌਰ ਤੇ ਥਾਣੇਦਾਰੀ ਨਹੀਂ ਕਰ ਸਕਦੇ, ਤੁਸੀਂ ਪੱਤਰਕਾਰੀ ਦੇ ਤੌਰ ਤੇ ਧੌਂਸਗਿਰੀ ਨਹੀਂ ਕਿਤੇ ਕਰ ਸਕਦੇ, ਕਿਉਂਕਿ ਭਾਰਤੀ ਸੰਵਿਧਾਨ ਏਦਾਂ ਦਾ ਹੈ, ਪੱਤਰਕਾਰ ਨੂੰ ਕੋਈ ਵਿਸ਼ੇਸ਼ ਰਿਆਇਤਾਂ ਦਾ ਵਿਸ਼ੇਸ਼ ਹੱਕ ਨਹੀਂ ਦਿੰਦਾ ਜਿਹੜੇ ਕਿ ਭਾਰਤੀ ਨਾਗਰਿਕਾਂ ਨੂੰ ਨਾ ਪ੍ਰਾਪਤ ਹੋਣ। ਸੋ ਅਰਨਬ ਗੋਸਵਾਮੀ ਨੇ ਜੇ ਕੁਝ ਕੀਤਾ ਹੈ, ਪਰ ਇਹਦੀ ਟਾਈਮਿੰਗ ਜਿਹੜੀ ਹੈ ਉਹ ਸਾਰਿਆਂ ਨੂੰ ਪਤਾ ਹੈ ਕਿ ਇਹ ਕਿਸ ਚੱਕਰੀ 'ਚ ਜਿਹੜਾ ਹੈ ਉਹ ਘੁਮਾਇਆ ਗਿਆ ਹੈ। ਬਿਲਕੁਲ, ਵੀ ਕਿਤੇ ਨਾ ਕਿਤੇ ਸਰਕਾਰ ਦਾ ਇਸ ਟਾਈਮਿੰਗ ਨੂੰ, ਸਰਕਾਰ ਦਾ ਹੱਥ ਹੈ ਇਸ ਟਾਈਮਿੰਗ ਨੂੰ ਬਣਾਉਣ ਦੇ ਵਿੱਚ। ਜਿੱਦਾਂ ਦੀ ਉਹਨਾਂ ਦੀ ਟਸਲ ਚੱਲ ਰਹੀ ਸੀ ਸ਼ਿਵ ਸੈਨਾ ਨਾਲ ਜਿੱਦਾਂ ਤੂੰ ਤੜਾਕ ਹੋ ਰਹੀ ਸੀ, ਇਹ ਤੋਂ ਪਹਿਲਾਂ ਵੀ ਉਹਨਾਂ ਤੇ ਮੁਕੱਦਮੇ ਹੋਏ। ਬਿਲਕੁਲ। ਉਹ ਉਹਨਾਂ ਦੀ ਜਰਨਲਿਸਟਿਕ ਐਥਿਕਸ ਨੂੰ ਲੈ ਕੇ ਹੈ ਕਿ ਤੁਸੀਂ TRP ਨੂੰ ਕਿੱਦਾਂ ਮੈਨੀਪੂਲੇਟ ਕੀਤਾ ਵਗੈਰਾ ਵਗੈਰਾ, ਉਹ ਅਲੱਗ ਮਸਲੇ ਆ। ਪਰ ਇਹ ਇੱਕ ਕਾਨੂੰਨ ਵਿਵਸਥਾ ਦਾ ਮਸਲਾ ਹੈ ਤੇ ਇੱਕ ਭਾਰਤੀ ਨਾਗਰਿਕ ਨੇ ਜੇ ਕਿਤੇ ਕਿਹਾ ਕਿ ਉਹਨੂੰ ਇਨਸਾਫ ਨਹੀਂ ਮਿਲਿਆ ਤਾਂ ਉਹਨੂੰ ਮਿਲਣਾ ਚਾਹੀਦਾ, ਚਾਹੇ ਉਹ ਕਿੱਡੇ ਬੜੇ ਅਹੁਦੇ ਤੇ ਹੋਏ, ਚਾਹੇ ਉਹ ਪੱਤਰਕਾਰ ਵੀ ਹੋਵੇ, ਚਾਹੇ ਕਿੱਡੇ ਬੜੇ ਅਦਾਰੇ ਦਾ ਮਾਲਕ। ਬਸ ਇੱਕ ਗੱਲ ਬਹੁਤ ਵਧੀਆ ਤੁਸੀਂ ਕਹੀ ਹੈ ਰਾਣਾ ਜੀ ਕਿ ਪੱਤਰਕਾਰ ਨੂੰ ਪੱਤਰਕਾਰ ਕੀ ਰਹਿਣਾ ਚਾਹੀਦਾ ਹੈ, ਪੱਤਰਕਾਰ ਨੂੰ ਥਾਣੇਦਾਰ ਨਹੀਂ ਬਣਨਾ ਚਾਹੀਦਾ। ਇਹ ਬਹੁਤ ਵਧੀਆ ਗੱਲ ਜਿਹੜੀ ਹੈ ਉਹ ਤੁਸੀਂ ਕਹੀ ਵੀ ਧੌਂਸ ਦਾ ਜ਼ਮਾਨਾ ਨਹੀਂ ਹੈ, ਪੱਤਰਕਾਰ ਬਣ ਕੇ ਧੌਂਸ ਨਹੀਂ ਦੇਣੀ, ਔਰ ਕਾਨੂੰਨ ਆਪਣਾ ਕੰਮ ਕਰੇਗਾ। ਕਾਨੂੰਨ ਕੀ ਫੈਸਲਾ ਕਰੇਗਾ, ਅਰਨਬ ਗੋਸਵਾਮੀ ਦਾ ਹਿਤਾਂ ਵਾਲਾ ਸਮਾਂ ਦੱਸਿਆ ਕਰ। ਫਿਲਹਾਲ ਅਰਨਬ ਗੋਸਵਾਮੀ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਦਿੱਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਸੋ ਦੋਸਤੋ, ਇਹ ਸਨ ਕੁਝ ਖਾਸ ਖਬਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਅੱਜ ਡਿਸਕਸ ਕੀਤੀਆਂ, ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਰਾਣਾ ਜੀ ਤੁਹਾਡਾ ਬਹੁਤ ਧੰਨਵਾਦ। ਦੋਸਤੋ ਤੁਹਾਡਾ ਵੀ ਧੰਨਵਾਦ। ਲੇਕਿਨ ਇੱਕ ਵਾਰ ਫਿਰ ਬੇਨਤੀ ਹੈ ਕਿ ਸਾਡੇ SDTV ਪ੍ਰਾਈਮ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਜਿਹੜਾ ਹੈ ਉਹ ਜ਼ਰੂਰ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਡੇ ਪ੍ਰੋਗਰਾਮ ਤੁਸੀਂ ਦੇਖਦੇ ਰਹੋ। ਤੁਹਾਡਾ ਬਹੁਤ ਧੰਨਵਾਦ। ਨਮਸਕਾਰ।